ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰਜਿੰਦਰ ਸਿੰਘ ਬਿਲਗਾ। ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ। ਦੋਸਤੋ, ਅੱਜ ਅਸੀਂ ਡੇਰਾ ਬੱਲਾ ਵਿਖੇ ਪਹੁੰਚੇ ਹਾਂ। ਆਓ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਅਜਿਹੀਆਂ ਸ਼ਖਸੀਅਤਾਂ ਜਿਹੜੀਆਂ ਡੇਰੇ ਦੇ ਪ੍ਰਬੰਧ ਨੂੰ ਦੇਖ ਰਹੀਆਂ ਆ। ਇਹਨਾਂ ਤੋਂ ਜਾਣਾਂਗੇ ਕਿ ਬਨਾਰਸ ਨੂੰ ਆਉਣ ਵਾਲੇ ਦਿਨਾਂ ਵਿੱਚ ਇੱਥੋਂ ਬਹੁਤ ਵੱਡੀ ਗਿਣਤੀ 'ਚ ਸੰਗਤ ਜਾਣੀ ਆ। ਸਾਰੇ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਆਓ ਮਿਲਾਉਂਦੇ ਹਾਂ ਤੁਹਾਨੂੰ। ਹਾਂਜੀ, ਤੁਹਾਡਾ ਕੀ ਨਾਂ ਜੀ? मेरा नाम सतपाल बिरदी जी। जी जय गुरुदेव सारी संगत नूं। मैं बिलगा न्यूज़ के जरिए संसार भर के रविदासिया कम्युनिटी के जिन्ने भी सानूं सुन रहे आ सारिਆਂ ਨੂੰ मेरा जय गुरुदेव। और ਜਿਹੜਾ ਸਾਡਾ 16 ਤਰੀਕ ਨੂੰ 16 ਫਰਵਰੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਆ ਤੇ ਉਹਦੇ ਵਿੱਚ ਬਨਾਰਸ ਦੇ ਵਿੱਚ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਸਾਰੇ ਵਰਲਡ ਦੇ ਵਿੱਚੋਂ ਆਉਂਦੀ ਆ। ਬਿਰਤੀ ਜੀ, ਤੁਹਾਡੇ ਕੋਲ ਜਾਣਨਾ ਚਾਹਾਂਗਾ ਵੀ ਹਰ ਸਾਲ ਜਿਹੜੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਉੱਥੇ ਪੁੱਜਦੀ ਆ, ਸਾਡੇ ਸਰੋਤਿਆਂ ਨੂੰ ਦੱਸਿਓ ਕਿ ਐਡਾ ਵੱਡਾ ਜਿਹੜਾ ਪ੍ਰਬੰਧ ਪੰਜਾਬ ਤੋਂ ਜਾ ਕੇ ਤੁਸੀਂ ਉੱਥੇ ਕਰਦੇ ਹੋ, ਉਹਦੇ ਵਿੱਚ ਕਿਹੜੇ ਤੁਹਾਨੂੰ ਵੱਡੇ ਜਿਹੜੇ ਪ੍ਰਬੰਧ ਕਰਨੇ ਪੈਂਦੇ? ਅਸੀਂ ਪਿਛਲੀ ਵਾਰ ਦੇਖਿਆ ਕਿ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਵੀ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਆ। ਦੱਸਿਓ ਸਾਡੇ ਸਰੋਤਿਆਂ ਨੂੰ। ਹਾਂਜੀ, ਇੱਦਾਂ ਜੀ ਵੀ ਸਾਡੇ 6000 ਵਲੰਟੀਅਰ ਜਿਹੜੇ ਸਾਡੇ ਟਰਸਟੀ ਹੈ ਉਹਨਾਂ ਦੀਆਂ ਅਲੱਗ-ਅਲੱਗ ਡਿਊਟੀਆਂ ਲੱਗਦੀਆਂ ਆ ਤੇ ਉਹ 6000 ਜਿਹੜੇ ਆ ਉਹਨਾਂ ਨੂੰ ਆਪਣੇ ਪੰਜਾਬ ਚੋਂ ਬਾਕੀ ਅਲੱਗ-ਅਲੱਗ ਸਟੇਟਾਂ ਚੋਂ ਸਾਰੇ ਆਪਣੇ ਵਲੰਟੀਅਰ ਜਿਹੜੇ ਆ ਸੇਵਾਦਾਰ ਜਿਹੜੇ ਆ ਉਹ ਆਪਣੀ ਡਿਊਟੀ ਨਿਭਾਉਂਦੇ ਆ। ਔਰ ਹਰ ਸਟੇਟ ਦੇ ਵਿੱਚੋਂ ਲੋਕ ਆਉਂਦੇ ਆ, ਉਹਨਾਂ ਵਾਸਤੇ ਟੈਂਟ ਬਣਾਏ ਜਾਂਦੇ ਆ ਔਰ ਵਾਟਰਪ੍ਰੂਫ ਸਾਰੀ ਟੈਂਟਿੰਗ ਹੁੰਦੀ ਆ ਉਹਨਾਂ ਦੇ ਰਹਿਣ ਵਾਸਤੇ, ਜਿਹਦੇ ਵਿੱਚ ਕਿ ਇੱਕ ਮਿੰਨੀ ਇੰਡੀਆ ਬਣਿਆ ਹੁੰਦਾ ਆ। ਔਰ ਉਹ 10-15 ਦਿਨ ਤੋਂ ਹੀ ਸਾਡਾ ਜਿਹੜਾ ਲੰਗਰ ਕੰਟੀਨਿਊ ਚੱਲਦਾ, ਜਿਹੜਾ ਕਿ ਲੱਖਾਂ ਲੋਕ ਉਹ ਲੰਗਰ ਛਕਦੇ ਆ। ਤੇ ਉੱਥੇ ਵਿੱਚ ਦੇਖੋ ਸ਼ੁਰੂ ਤੋਂ ਪ੍ਰੈਜ਼ੀਡੈਂਟ ਵੀ ਆ ਚੁੱਕੇ ਆ, ਗਿਆਨੀ ਜੈਲ ਸਿੰਘ ਜੀ ਆ ਚੁੱਕੇ ਆ, KR ਨਰਿੰਦਰ ਜੀ ਆ ਚੁੱਕੇ ਆ, ਬਾਬੂ ਕਾਂਸ਼ੀ ਰਾਮ ਜੀ, ਭੈਣ ਮਾਇਆਵਤੀ ਜੀ ਤੇ ਅਰਵਿੰਦ ਕੇਜਰੀਵਾਲ ਜੀ, ਤੇ ਫਿਰ ਮੌਜੂਦਾ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ 2 ਵਾਰ ਆ ਰਹੇ ਆ, 2 ਵਾਰ ਆਏ ਜੀ। ਤੇ ਹਾਂ, ਜੋਗੀ ਜੀ ਜਿਹੜੇ ਉੱਥੇ ਚੀਫ ਮਿਨਿਸਟਰ ਆ ਉਹ ਵੀ ਤਕਰੀਬਨ ਸਾਰੀਆਂ, ਪ੍ਰਿਯੰਕਾ ਜੀ ਵੀ, ਰਾਹੁਲ ਗਾਂਧੀ ਜੀ ਵੀ, ਇਹ ਸਾਰੇ ਅਖਿਲੇਸ਼ ਯਾਦਵ ਜੀ, ਤਕਰੀਬਨ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆ ਇਹ ਨਮਸਤਕ ਹੁੰਦੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ 'ਚ ਆ ਕੇ। ਤੇ ਉਦੋਂ ਆਪਣੇ ਕਿਉਂਕਿ ਕਰੋੜਾਂ ਲੋਕੀ ਆਏ ਹੁੰਦੇ ਆ ਤੇ ਉਹਨਾਂ ਦੇ ਵਿੱਚ ਫਿਰ ਆ ਕੇ ਉਹ ਆਪਣੀ ਵੀ ਹਾਜ਼ਰੀ ਲਵਾਉਂਦੇ ਆ। ਤੇ ਇਸ ਕਰਕੇ ਲੰਗਰ ਦਾ ਇੰਤਜ਼ਾਮ ਸਾਡੇ ਇੱਥੋਂ ਡੇਰਾ ਬੱਲਾ ਤੋਂ ਮਹਾਰਾਜ ਜੀ ਸੰਤ ਨਰਿੰਦਰ ਦਾਸ ਮਹਾਰਾਜ ਜੀ ਦੀ ਦੇਖ ਰੇਖ ਦੇ ਵਿੱਚ ਹੀ ਸਾਰਾ ਇਹ ਸਮਾਗਮ ਜਿਹੜਾ ਹੁੰਦਾ ਆ। ਠੀਕ ਹੈ ਬਿਰਦੀ ਜੀ, ਇਸ ਵਾਰ ਜਿੱਦਾਂ ਮੇਰੇ ਨਾਲ ਬੈਠੇ ਨੇ ਨਛੱਤਰ ਕਲਸੀ ਜੀ, ਤੁਸੀਂ ਵੀ ਇੰਗਲੈਂਡ ਤੋਂ ਇਸ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਹੋ, ਤਾਂ ਕਿੰਨੀ ਕੁ ਸੰਗਤ ਜਿਹੜੀ ਆ ਉਹ ਇੰਗਲੈਂਡ ਤੋਂ ਇਸ ਮੌਕੇ 'ਤੇ ਆਉਂਦੀ ਆ? ਜੈ ਗੁਰੂਦੇਵ ਜੀ। ਰਜਿੰਦਰ ਜੀ, ਤੁਹਾਡਾ ਧੰਨਵਾਦ। ਤੁਸੀਂ ਅੱਜ ਆਪਣਾ ਪੂਰੇ ਚੈਨਲ ਦੀ ਟੀਮ ਨਾਲ ਹੀ ਇੱਥੇ ਪਹੁੰਚੇ ਹੋ ਜੀ। ਬਿਰਦੀ ਸਾਹਿਬ ਨੇ ਬੜੇ ਵਿਸਤਾਰਪੂਰਵਕ ਸਾਨੂੰ ਦੱਸਿਆ ਕਿ ਇਹ ਕਿਸ ਤਰ੍ਹਾਂ ਡੇਰੇ ਦਾ ਪ੍ਰਬੰਧ ਕਾਂਚੀ ਬਨਾਰਸ ਵਿਖੇ ਜਿਹੜਾ ਸਾਡਾ ਮੱਕਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਦੇ ਉੱਤੇ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਬੈਠੀਆਂ ਨੇ, ਲੱਖਾਂ ਸੰਗਤਾਂ, ਉਹ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵਿਆਹ ਜਿੰਨਾ। ਬਿਲਕੁਲ। ਤੇ ਮੈਂ ਤਾਂ ਚਲੋ ਪਹਿਲਾਂ ਦਾ ਆਇਆ ਹੋਇਆ ਤੇ ਹੁਣ ਵੀ ਮੈਨੂੰ ਫੋਨ ਕਰਕੇ ਲੋਕ ਪੁੱਛਦੇ ਨੇ ਜੀ ਕਿਸ ਤਰ੍ਹਾਂ ਦਾ ਪ੍ਰਬੰਧ ਹੈ, ਕਿਸ ਤਰ੍ਹਾਂ। ਮੈਂ ਉਹਨਾਂ ਨੂੰ ਦੱਸ ਰਿਹਾ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਪਹਿਲਾਂ ਦੀ ਤਰ੍ਹਾਂ ਬਹੁਤ ਹੀ ਵੱਡੇ ਜੋਸ਼ ਖਰੋਸ਼ ਦੇ ਨਾਲ ਡੇਰਾ ਬੱਲਾ ਤੋਂ ਔਰ ਪੂਰਾ ਰਵਿਦਾਸੀਆ ਧਰਮ ਔਰ ਰਵਿਦਾਸੀਆ ਸਮਾਜ ਇਹਦੇ ਵਿੱਚ ਲੱਗਾ ਹੋਇਆ ਹੈ। ਵੱਡੀ ਗੱਲ ਸਾਡੇ ਸਮਾਜ ਲਈ ਇਹ ਹੋਈ ਕਿ ਸਾਡੇ ਮਿਡਲ ਪਰਿਵਾਰ ਦੇ ਵਿੱਚੋਂ ਸਾਡੇ CM ਪੰਜਾਬ ਚਰਨਜੀਤ ਸਿੰਘ ਚੰਨੀ ਜੀ, ਜਿਹੜੇ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਉਹਨਾਂ ਨੂੰ ਤਾਜ ਬਖਸ਼ਿਆ ਚੀਫ ਮਿਨਿਸਟਰੀ ਦਾ, ਉਹਦੇ ਕਰਕੇ ਲੋਕਾਂ ਦੇ ਵਿੱਚ ਹੋਰ ਉਤਸ਼ਾਹ ਹੈ ਬਹੁਤ ਵੱਡਾ। ਨੀਚੋਂ ਊਚ ਕਰੇ ਮੇਰਾ ਗੋਬਿੰਦ ਮਾਥੇ ਛਤਰ ਧਰੇ ਵਾਲੀ ਗੱਲ, ਜਿਹੜੀ ਸੁਪਨਾ ਸੀ ਸਾਡੇ ਰਵਿਦਾਸੀਆਂ ਦਾ, ਉਹ ਪੂਰਾ ਹੋ ਗਿਆ। ਤੇ ਮੇਰਾ ਖਿਆਲ ਦੂਸਰੇ ਸਮਾਗਮਾਂ ਨਾਲੋਂ ਆਹ ਜਿਹੜਾ ਸਮਾਗਮ ਹੈ ਬਹੁਤ ਹੀ ਵੱਡਾ ਤੇ ਬਹੁਤ ਹੀ ਸੁੰਦਰ ਹੋਏਗਾ। ਮੇਰਾ ਖਿਆਲ ਇੱਥੇ ਬਹੁਤ ਇਹਨਾਂ ਤੋਂ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਗੁਰੂ ਰਵਿਦਾਸ ਮਹਾਰਾਜ ਕਿ ਸੰਗਤਾਂ ਦਾ ਹੜ੍ਹ ਐਤਕੀ ਆਊਗਾ। ਤੇ ਜਿੱਥੇ ਇਹਨਾਂ ਨੇ ਆਪਣੇ ਪ੍ਰਬੰਧ ਜ਼ੋਰ ਸ਼ੋਰ ਨਾਲ ਕੀਤੇ ਹੋਏ ਨੇ, ਬਿਰਦੀ ਸਾਹਿਬ ਉਹਨਾਂ ਦੀ ਟੀਮ ਨੇ, ਸਾਡੇ ਭਾਈ ਸਾਹਿਬ ਹੁਣੀ ਜਿਹੜੇ ਬੈਠੇ ਨੇ ਸਾਡੇ ਨਾਲ, ਤੇ ਇਹ ਬੜੇ ਇਹਨਾਂ ਦੇ ਵਿਆਹ ਜਿੰਨਾ ਚਾਅ ਹੁੰਦਾ ਰਜਿੰਦਰ ਜੀ ਸਾਰਿਆਂ ਨੂੰ। ਤੇ ਇਸ ਕਰਕੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਉਦੋਂ ਨੂੰ ਵੈਦਰ
ਔਰ ਜੋ ਸਾਡੇ ਪੰਜਾਬ ਵਿੱਚ ਸ਼ਾਂਤੀ ਬਣੀ ਰਵੇ, ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ। ਤੇ ਸਮਾਗਮ ਦਾ ਬਹੁਤ ਚਾਅ ਹੈ ਜੀ ਸਾਨੂੰ। ਇੱਕ ਵਾਰ ਫਿਰ ਬਿਰਦੀ ਸਾਹਿਬ ਤੁਹਾਡੇ ਨਾਲ ਜੁੜਦੇ ਹਾਂ। ਕਲਸੀ ਸਾਹਿਬ ਵੀ ਇਸ ਵਾਰ ਤੁਹਾਡੇ ਨਾਲ ਜੁੜ ਕੇ ਇਹਨਾਂ ਸਮਾਗਮਾਂ ਦੇ ਵਿੱਚ ਜਿਹੜਾ ਆ ਵਾਹਿਗੁਰੂ ਦੀ ਇਹਨਾਂ 'ਤੇ ਵੀ ਕਿਰਪਾ ਹੋਊਗੀ। ਇਹਦੇ ਵਾਂਗ ਹੋਰ ਵੀ ਬਹੁਤ ਸੈਂਕੜੇ ਜਿਹੜੇ ਵਿਦੇਸ਼ ਦੀ ਧਰਤੀ ਤੋਂ ਤੁਹਾਡੇ ਜਿਹੜੇ ਸ਼ਰਧਾਲੂ ਡੇਰੇ ਨਾਲ ਜੁੜੇ ਆ, ਉਹਨਾਂ ਨੇ ਵੀ ਸ਼ਾਮਲ ਹੋਣਾ। ਇਹਦੇ ਬਾਰੇ ਦੱਸਿਓ ਵੀ ਵਿਦੇਸ਼ ਦੀ ਧਰਤੀ ਤੋਂ ਸੰਗਤਾਂ ਕਿੰਨੀ ਕੁ ਵੱਡੀ ਗਿਣਤੀ 'ਚ ਇਸ ਜਿਹੜਾ ਗੁਰਪੁਰਬ ਸਮਾਗਮਾਂ ਪਹੁੰਚਦੀਆਂ। ਦੇਖੋ ਜੀ, ਨਛੱਤਰ ਕਲਸੀ ਨੇ ਵਾਕਈ ਵਧੀਆ ਦੱਸਿਆ ਵੀ ਬਹੁਤ ਚਾਅ ਹੁੰਦਾ ਆ। ਲੋਕੀ ਹਰ ਇੱਕ ਸਟੇਟਾਂ 'ਚੋਂ ਜਿਹੜੇ ਆਉਂਦੇ ਨਾ ਸਾਡੇ ਇੰਡੀਆ 'ਚੋਂ, ਤੇ ਬਹੁਤ ਗਰੀਬ ਲੋਕ ਵੀ ਆ, ਤੇ ਉਹ ਆਪਣੇ ਢੋਲਕੀਆਂ ਛਾਣੇ ਲੈ ਕੇ ਨੱਚਦੇ ਗਾਉਂਦੇ ਆਉਂਦੇ ਆ। ਉਹਨਾਂ ਵਿੱਚ ਲੇਡੀਜ਼ ਜੈਂਟਸ ਉਹ ਧੋਤੀਆਂ ਪਾਈਆਂ ਹੁੰਦੀਆਂ, ਆਪਣੇ ਸੈਣੇ ਖੜਕਾਲੇ ਜਾਂ ਢੋਲਕੀਆਂ ਲੈ ਕੇ। ਉਹ ਇੱਦਾਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ 28 ਦੇਸ਼ਾਂ ਦੇ ਮਤਲਬ ਜਿਹੜੇ ਕੰਟਰੀ ਆ, ਉਹਨਾਂ ਦੇ ਲੋਕ ਉੱਥੋਂ ਆਉਂਦੇ ਆ। ਤੇ ਔਰ ਉਹਨਾਂ ਨੇ ਆਪਣੇ ਹੋਟਲ ਬੁੱਕ ਕਰਾਏ ਹੁੰਦੇ ਆ। ਕੋਈ ਵੀ ਉੱਥੇ ਬਨਾਰਸ ਦੇ ਐਸਾ ਹੋਟਲ ਨਹੀਂ ਜਿੱਥੇ ਕੋਈ ਕਮਰਾ ਨਹੀਂ ਖਾਲੀ ਹੁੰਦਾ, ਕਮਰੇ ਨਹੀਂ ਮਿਲਦੇ, ਇੰਨੀ ਸੰਗਤ ਹੁੰਦੀ ਆ। ਤੇ ਇਹ ਮੈਂ ਸਹਿਮਤ ਹਾਂ ਕਲਸੀ ਸਾਹਿਬ ਦੇ ਨਾਲ ਵੀ ਦੁਨੀਆ ਤਾਂ ਬਹੁਤ ਮਤਲਬ ਇਸ ਵੇਲੇ ਹੜ੍ਹ ਆਉਣ ਦਾ ਜਿਹੜਾ ਕਹਿੰਦੇ ਹੁੰਦੇ ਆ, ਲੇਕਿਨ ਕੋਈ ਕੁਦਰਤ ਵੱਲੋਂ ਜੇ ਹਿਸਾਬ ਨਾਲ ਕਰੋਨਾ ਦਾ ਥੋੜ੍ਹਾ ਜਿਹਾ ਦੌਰ ਹੈਗਾ ਆ, ਉਹਦੇ ਕਰਕੇ ਗੌਰਮੈਂਟ ਅਹਿਤਿਆਤ ਵਰਤੇ ਹੈਗੇ ਆ। ਗੌਰਮੈਂਟ ਨੇ ਥੋੜ੍ਹੀਆਂ ਕੰਡੀਸ਼ਨ ਲਾਈਆਂ ਆ, ਉਹਨੂੰ ਮੁੱਦੇ ਨਜ਼ਰ ਰੱਖਦੇ ਹੋਏ ਉਹਨੂੰ ਦੇਖ ਕੇ ਮਹਾਰਾਜ ਜੀ ਵੀ ਦੇਖਦੇ ਆ ਵੀ ਨਹੀਂ, ਇਹਨੂੰ ਅਸੀਂ ਬਾਅਦ ਕਰਕੇ ਬਾਅਦ 'ਚ ਪ੍ਰੋਗਰਾਮ ਜਿਹੜਾ ਉਲੀਕਾਂਗੇ ਕੀ ਕਰਨਾ ਕਿੱਦਾਂ ਨਹੀਂ। ਤੇ ਟ੍ਰੇਨਾਂ ਵੀ ਜਿਹੜੀਆਂ 2 ਬੁੱਕ ਹੋ ਚੁੱਕੀਆਂ ਆ, ਤੇ ਟ੍ਰੇਨਾਂ 'ਚ ਲੋਕਾਂ ਨੇ ਜਿਹੜੀਆਂ ਬਾਕੀ ਵੀ ਆ ਪਹਿਲਾਂ, ਉਹਨਾਂ 'ਚ ਵੀ ਲੋਕਾਂ ਨੂੰ ਸੰਗਤਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਾ ਲਈਆਂ ਆ। ਜਿਹੜੀਆਂ ਹਿੰਡਰੈਂਸ ਹੈਗੀਆਂ, ਰੁਕਾਵਟਾਂ ਇੱਦਾਂ ਦੇ ਆ ਜਾਂਦੀਆਂ ਆ, ਉਹਦੇ ਲਈ ਵੀ ਅਸੀਂ ਸਾਰਾ ਪਲਾਨ ਕਰਦੇ ਹਾਂ। ਤੇ ਇਸ ਕਰਕੇ ਇਹ ਤੁਹਾਨੂੰ ਬਾਅਦ 'ਚ ਸਾਰੇ ਇਹ ਮੈਸੇਜ ਦਿੱਤਾ ਜਾਊਗਾ ਕਿ ਇਸ ਤਰੀਕੇ ਨਾਲ ਨੂੰ ਅਸੀਂ ਨੇਪੜੇ ਚਾੜਨਾ ਆ। ਹਾਲੇ ਅਸੀਂ ਪਲਾਨਿੰਗ ਕਰ ਰਹੇ ਹਾਂ। ਕੋਵਿਡ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਵੀ ਜਿਹੜਾ ਤੁਸੀਂ ਸਾਰਾ ਕੁਝ ਜਿਹੜਾ ਆ ਇਸ ਗੁਰਪੁਰਬ 'ਤੇ ਉਹਨੂੰ ਸਾਹਮਣੇ ਰੱਖਿਆ ਹੋਇਆ। ਗੌਰਮੈਂਟ ਦਾ ਵੀ ਜਿਹੜਾ ਸਹਿਯੋਗ ਲੈਣਾ ਚਾਹੁੰਦੇ ਆ। ਇਹਦੇ ਬਾਰੇ ਦੱਸਿਓ ਵੀ ਇਹ ਜਿਹੜੀਆਂ ਰੇਲ ਗੱਡੀਆਂ ਜਾਣੀਆਂ ਆ, ਉਹਦੇ ਵਿੱਚ ਅਜੇ ਤੱਕ ਤਾਂ ਕੋਵਿਡ ਨੂੰ ਲੈ ਕੇ ਕੋਈ ਇੱਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਜਿਹੜਾ ਗੌਰਮੈਂਟ ਵੱਲੋਂ ਕੋਈ ਰੋਕ ਆ। ਅਗਰ ਜੇ ਇੱਦਾਂ ਦੀ ਸਥਿਤੀ ਆਈ ਤਾਂ ਫਿਰ ਇਹਦੇ ਲਈ ਕੀ ਪ੍ਰਬੰਧ ਹੋਣਗੇ? ਇਹਦੇ ਲਈ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਸਾਰੀ ਮੀਟਿੰਗ ਸਾਡੀ ਟਰਸਟੀਆਂ ਦੀ ਬੈਠੂਗੀ, ਉਹ ਫੈਸਲਾ ਲੈਂਦੀ ਆ ਮਹਾਰਾਜ ਜੀ ਦੇ ਸੰਤ ਨਿਰੰਜਨ ਦਾਸ ਮਹਾਰਾਜ ਦੇ ਹਜ਼ੂਰੀ ਦੇ ਵਿੱਚ। ਉਹਦੇ ਵਿੱਚ ਫਿਰ ਅਸੀਂ ਫੈਸਲਾ ਲਵਾਂਗੇ ਕੀ ਕਰਨਾ ਆ। ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਿਆ ਜਾਊਗਾ। ਹਾਂਜੀ, ਸਾਡੇ ਨਾਲ ਸਾਡੇ ਚੀਮਾ ਜੀ ਬੈਠੇ ਆ, ਆਪਣੇ ਨਿਰੰਜਨ ਚੀਮਾ ਜੀ, ਜਿਹੜਾ ਕਿ ਸਾਰਾ ਦੇਖ ਰੇਖ ਕਰਦੇ ਆ ਸੇਵਾਦਾਰਾਂ ਦਾ ਬਾਰੇ, ਤੇ ਉਹ ਵੀ ਤੁਹਾਨੂੰ ਦੱਸਣਗੇ ਸਾਰੀ ਗੱਲਬਾਤ। ਤੇ ਸਾਡਾ ਇਕੱਲੇ ਟਰਸਟੀਆਂ ਨੂੰ ਅਸੀਂ ਜਿਹੜੇ ਆ ਜ਼ਿੰਮੇਵਾਰੀਆਂ ਦੇ ਦਿੰਦੇ ਆ, ਅਲੱਗ-ਅਲੱਗ ਜ਼ਿੰਮੇਵਾਰੀਆਂ ਦੇ ਕੇ ਅਲੱਗ-ਅਲੱਗ ਪੋਰਟਫੋਲੀਓ ਵੀ ਜਿੱਦਾਂ ਟ੍ਰੇਨ ਦਾ ਆ ਉਹ ਕਿਹਨਾਂ ਦੇਖਣਾ, ਲੰਗਰ ਪਾਣੀ ਕੌਣ ਦੇਖਦਾ ਆ, ਕੋਈ ਜਿਹੜੀ ਕੋਰਸਪੋਂਡਿੰਗ ਕੌਣ ਕਰੂਗਾ, ਪੇਪਰਾਂ ਦੇ ਵਿੱਚ ਕੀ ਟੈਂਟਾਂ ਨੂੰ ਦੇਖਭਾਲ ਕਰਨੀ ਆ। ਇਸ ਤਰੀਕੇ ਨਾਲ ਅਸੀਂ ਡਿਊਟੀਆਂ ਲਾਈਆਂ ਜਾਂਦੀਆਂ। ਹਰ ਇੱਕ ਸਾਰੇ ਟਰਸਟੀਆਂ ਦੀ ਡਿਊਟੀਆਂ ਲੱਗਦੀਆਂ ਆ, ਔਰ ਸਾਰਾ ਨਿਰਦੇਸ਼ ਜਿਹੜਾ ਆ ਸੰਤ ਨਿਰੰਜਨ ਦਾਸ ਮਹਾਰਾਜ ਜੀ ਔਰ ਸਾਡੇ ਸੇਵਾਦਾਰ ਜੀ ਮਹਾਰਾਜ ਜਿਹੜੇ ਡੇਰੇ 'ਚ ਆ ਉਹਨਾਂ ਦੇ ਮੁਤਾਬਕ ਚੱਲਦਾ ਸਾਰਾ। ਡੇਰਾ ਬੱਲਾ ਵਿਖੇ ਦੁਨੀਆ ਭਰ ਦੇ ਗੁਰੂ ਰਵਿਦਾਸ ਜੀ ਦੇ ਪੈਰੋਕਾਰ ਜਿਹੜੇ ਆ ਉਹ ਨਤਮਸਤਕ ਹੋਣ ਲਈ ਆਉਂਦੇ ਆ। ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ। ਉੱਥੇ ਹੀ ਪੰਜਾਬ ਅਤੇ ਭਾਰਤ ਸਰਕਾਰ ਕਹਿ ਲਈਏ ਜਾਂ ਵੱਖ-ਵੱਖ ਦੇਸ਼ ਦੀ ਸਿਆਸਤ ਨਾਲ ਜੁੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਵੀ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ। ਤੁਹਾਡੀ ਜ਼ਿੰਮੇਵਾਰੀ ਇਸ ਦੌਰਾਨ ਵੱਧ ਜਾਂਦੀ ਹੈ ਕਿ ਜਿਹੜੇ ਸਮਾਜ ਨਾਲ ਤੁਸੀਂ ਜੁੜੇ ਹੋ ਉਹਨਾਂ ਦੇ ਹੱਕਾਂ ਦੀ ਵੀ ਗੱਲ ਜਿਹੜੀ ਆ ਉਹ ਤੁਸੀਂ ਇਸ ਧਿਰਾਂ ਨਾਲ ਕਰਨੀ ਹੁੰਦੀ ਹੈ। ਕੋਈ ਅਜਿਹਾ ਵੀ ਤੁਹਾਡੇ ਵੱਲੋਂ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਕਿ ਸਾਡੀ ਕੌਮ ਨੂੰ ਜਿਹੜਾ ਆ ਵਿੱਦਿਆ ਪੱਖੋਂ ਇੱਦਾਂ ਹੈ ਜੀ ਕਿ ਇੱਕ ਜਿਹੜਾ ਬੱਲਾ ਡੇਰਾ ਆਪਾਂ ਕਹਿੰਦੇ ਆ, ਪਹਿਲੀ ਗੱਲ ਤਾਂ ਇਹਨੂੰ 105 ਸਾਲ ਹੋ ਗਏ ਆ ਹੈਰੀਟੇਜ, ਔਰ ਇਹ ਹੁਣ ਡੇਰਾ ਨਹੀਂ ਰਹਿ ਗਿਆ। ਇੱਕ ਵਰਲਡ ਦੇ ਵਿੱਚ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਇੱਕ ਹੱਬ ਬਣ ਚੁੱਕਿਆ। ਔਰ ਇਹ ਹੈੱਡ ਆਫਿਸ ਆ ਰਵਿਦਾਸੀਆ ਕੌਮ ਦੇ। ਮੇਨ ਸਾਡਾ ਜਿਹੜਾ ਆ ਉਹ ਜਨਮ ਸਥਾਨ ਸ਼੍ਰੀ ਗੁਰਦਾਸ ਮੰਦਿਰ ਜਿਹੜਾ ਆ ਬਨਾਰਸ ਆ, ਉੱਥੇ ਲੋਕਾਂ ਨੂੰ ਹੁਣ ਨਮਸਤਕ ਹੋਣਾ ਆਉਂਦੇ ਆ ਹੁੰਦੇ ਆ। ਅਤੇ ਇਸ ਕਰਕੇ ਜਦੋਂ ਕਰੋੜਾਂ ਲੋਕੀ ਇੱਥੇ ਉਹਨਾਂ ਦੀ ਆਸਥਾ ਆ, ਅਤੇ ਨੇਚਰਲੀ ਆ ਕੇ ਜਿਹੜੀਆਂ ਸਾਡੇ ਪੋਲੀਟੀਕਲ ਪਾਰਟੀਆਂ ਆ
ਉਹਨਾਂ ਦੇ ਨੁਮਾਇੰਦੇ, ਕਿਉਂਕਿ ਸਾਡੇ ਲੋਕ ਜਿਹੜੇ ਆ ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਜਾਂਦੇ ਆ ਹੈਗੇ ਆ, ਤੇ ਇਸ ਕਰਕੇ ਹਰ ਇੱਕ ਪੋਲੀਟੀਕਲ ਪਾਰਟੀ ਦੇ ਜਿਹੜੇ ਲੀਡਰ ਆ ਨੁਮਾਇੰਦੇ ਆ ਸਾਡੇ, ਤੇ ਉਹਨਾਂ ਦਾ ਨੇਚਰਲੀ ਆ ਵੀ ਸੁਭਾਵਿਕ ਆ ਕਿ ਉਹਨਾਂ ਨੇ ਇੱਥੇ ਨਮਸਤਕ ਹੋਣਾ ਹੀ ਹੋਣਾ ਆ, ਠੀਕ ਨੇ, ਆਪਣੇ ਗੁਰੂ ਦੇ ਡੇਰੇ 'ਚ। ਤੇ ਇਸ ਕਰਕੇ ਉਹ ਆਉਂਦੇ ਆ, ਉਹ ਹਰ ਵਾਰੀ ਆਉਂਦੇ ਆ। ਪਹਿਲਾਂ ਥੋੜ੍ਹਾ ਜਿਹਾ ਸ਼ੋਅ ਨਹੀਂ ਹੁੰਦਾ, ਇਲੈਕਸ਼ਨ ਥੋੜ੍ਹਾ ਜਿਹਾ ਸ਼ੋਅ ਹੋ ਜਾਂਦਾ ਆ, ਜਿੱਦਾਂ ਆਪ ਜੀ ਵਰਗੇ ਪੱਤਰਕਾਰ ਆ ਜਾਂਦੇ ਪੁੱਛਦੇ ਆ, ਤੇ ਇਸ ਕਰਕੇ ਪਹਿਲਾਂ ਇਹ ਤਕਰੀਬਨ ਹਰ ਸਾਲ ਸਾਰਾ ਸਾਲ ਚੱਲਦਾ ਇੱਦਾਂ ਜੀ, ਆਉਂਦੇ ਜਾਂਦੇ ਰਹਿੰਦੇ ਆ। ਠੀਕ ਹੈ ਜੀ। ਤਾਂ ਮੇਰਾ ਕਹਿਣ ਦਾ ਮਤਲਬ ਸੀ ਵੀ ਇਹ ਜਿਹੜੇ ਆਪਣੇ ਇੱਥੇ ਪੈਰੋਕਾਰ ਆਉਂਦੇ ਆ ਉਹਨਾਂ ਦੇ ਹੱਕਾਂ ਦੀ ਗੱਲ ਵੀ ਤੁਸੀਂ ਕਦੇ ਕਰਦੇ ਹੋ? ਇੱਦਾਂ ਜੀ ਕਿ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਆਉਂਦੇ ਆ ਜਾਂ ਕੋਈ ਲੀਡਰ ਆਉਂਦੇ ਆ ਜਾਂ ਸੈਂਟਰ ਦੇ ਆ, ਜਾਂ ਜਿੱਦਾਂ ਪ੍ਰਾਈਮ ਮਿਨਿਸਟਰ ਮੋਦੀ ਜੀ ਆਏ ਸੀਗੇ, ਉਹਨਾਂ ਨੂੰ ਵੀ ਅਸੀਂ ਇਹ ਕਹਿੰਦੇ ਆ ਵੀ ਸਾਡੀ ਕੌਮ 'ਤੇ ਜਿਹੜੇ ਲੋਕਾਂ ਦੇ ਵਿੱਚ ਤਸੱਦਦ ਹੁੰਦਾ ਉਹ ਨਹੀਂ ਹੋਣਾ ਚਾਹੀਦਾ, ਸਾਡੇ ਹੱਕ ਹਕੂਕ ਮਿਲਣੇ ਚਾਹੀਦੇ ਆ। ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਤੁਹਾਡੀ ਡਿਮਾਂਡ ਕੀ ਆ, ਅਸੀਂ ਕਿਹਾ ਅਸੀਂ ਮੰਗਦੇ ਨਹੀਂ, ਪਰ ਸਾਡੇ ਹੱਕ ਜਿਹੜੇ ਬਣਦੇ, ਸਾਡੇ ਰਾਈਟ ਜਿਹੜੇ ਆ ਉਹ ਦਿੱਤੇ ਜਾਣ। ਸਾਨੂੰ 500 ਕਰੋੜ ਰੁਪਈਆ ਦਿੱਤਾ ਜਾਵੇ, 100 ਏਕੜ ਜਗ੍ਹਾ ਦਿੱਤੀ ਜਾਵੇ ਜਿੱਦਾਂ ਬਾਕੀਆਂ ਨੂੰ ਦਿੰਦੇ ਆ, ਤੇ ਉਹਨਾਂ ਨੂੰ ਉੱਥੇ ਫਿਰ ਕਹਿੰਦੇ ਕੋਈ ਗੱਲ ਨਹੀਂ, ਲੇਕਿਨ ਉਦੋਂ 50 ਕਰੋੜ ਰੁਪਈਆ ਅਨਾਉਂਸ ਕਰ ਗਿਆ ਸੀ, ਤੇ ਉੱਥੇ ਡਿਵੈਲਪਮੈਂਟ ਸ਼ੁਰੂ ਹੋਈ ਆ। ਅਸੀਂ ਗਾਂਹ ਵੀ ਉਮੀਦ ਕਰਦੇ ਵੀ ਗਾਂਹ ਤੋਂ ਵੀ ਗਾਂਹ ਹੋਰ ਵੀ ਮਿਲਣਗੇ, ਤੇ ਲੇਕਿਨ ਜਿਹੜੇ ਸਾਡੇ ਐਜੂਕੇਸ਼ਨ ਜਿਹੜੀ ਆ ਸਿਸਟਮ ਉਹ ਵਧੀਆ ਹੋਣਾ ਚਾਹੀਦਾ, ਬੱਚੇ ਸਾਡੇ ਪੜ੍ਹ ਲਿਖ ਜਾਣ। ਸਾਡੇ ਲੋਕਾਂ ਨਾਲ ਜਿਹੜੇ ਆਪਣੇ ਇਕਨੋਮਿਕਲੀ ਬਹੁਤ ਸੋਸ਼ਲੀ ਬਹੁਤ ਕੱਟ ਆਫ ਹੋਏ ਆ, ਉਹਨਾਂ ਨੂੰ ਸੋਸ਼ਲੀ ਤੌਰ 'ਤੇ ਔਰ ਇਕਨੋਮਿਕ ਪੱਖੋਂ ਉਹ ਰੁਜ਼ਗਾਰ ਪੱਖੋਂ ਉਹਨਾਂ ਨੂੰ ਸਾਰਾ ਰੁਜ਼ਗਾਰ ਮਿਲਣਾ ਚਾਹੀਦਾ ਆ, ਤੇ ਅਪਲਿਫਟਮੈਂਟ ਹੋਣੀ ਚਾਹੀਦੀ ਉਹਨਾਂ ਦੀ। ਤੇ ਇੱਦਾਂ ਹੀ ਅਸੀਂ ਚਾਹੁੰਦੇ ਹਾਂ ਹੈਲਥ ਪੱਖੋਂ ਵੀ, ਤੇ ਹੋਰ ਵੀ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਵਾਂ ਹੁੰਦੀਆਂ ਆ ਅਸੀਂ ਇਹ ਵੀ ਉਹਨਾਂ ਦੇ ਨੋਟਿਸ 'ਚ ਲਿਆਉਂਦੇ ਹਾਂ, ਕਿਉਂਕਿ ਅਸੀਂ ਨਾ ਤਾਂ ਸਾਡੇ ਕੋਲ ਹੁਣ ਨੌਕਰੀਆਂ ਆ ਬੱਚਿਆਂ ਕੋਲ, ਨਾ ਹੀ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਆ, ਠੀਕ ਨਹੀਂ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਨੂੰ ਵੀ, ਅਸੀਂ ਲੈਂਡਲੈਸ, ਹੋਮਲੈਸ, ਜੋਬਲੈਸ, ਸਾਰਾ ਕੁਝ ਹੀ ਆ, ਤੇ ਜਾਵਾਂਗੇ ਕਿੱਥੇ, ਦੇਸ਼ ਕਿੱਦਾਂ ਤਰੱਕੀ ਕਰੂਗਾ। ਇਸ ਕਰਕੇ ਦੇਸ਼ ਤਰੱਕੀ ਕਰਨ ਵਾਸਤੇ ਜਦੋਂ ਸਾਡਾ ਫਰਜ਼ ਬਣਦਾ ਆ ਤਾਂ ਅਸੀਂ ਉਹਨਾਂ ਦੇ ਨੋਟਿਸ 'ਚ ਲਿਆਉਂਦੇ ਆ ਗੱਲਾਂ। ਅਸੀਂ ਇਹ ਕਹਿੰਦੇ ਆ, ਜਿੱਦਾਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਜੀ ਬਣੇ ਆ, ਉਹ ਆਏ ਸੀਗੇ, ਉਹਨਾਂ ਨੂੰ ਇਹ ਗੱਲਾਂ ਦੱਸੀਆਂ ਸੀ ਵੀ ਸਾਡੇ ਨਾ ਤਾਂ ਕੋਈ DC ਆ, ਨਾ SSP ਆ, ਨਾ ਸਾਡੇ ਕੋਈ ਆਫਿਸਰ ਹੈ, ਨਾ ਕੋਈ ਮਿਨਿਸਟਰ ਬਣਦੇ ਆ, ਤੇ ਸਾਡੇ ਮਤਲਬ ਮੁੱਖ ਮੰਤਰੀ ਉਹਨਾਂ ਨੂੰ ਵੀ ਕਿਹਾ ਸੀਗਾ, ਸੈਂਟਰ ਗੌਰਮੈਂਟ ਨੂੰ ਵੀ ਸਾਡੇ ਚੀਫ ਮਿਨਿਸਟਰ ਬਣਨੇ ਚਾਹੀਦੇ ਆ ਜੀ, ਕਿਉਂ ਨਹੀਂ ਬਣਦੇ। ਤੇ ਇਸ ਕਰਕੇ ਉਹਨਾਂ ਨੇ ਬਣਾਇਆ ਹੈਗਾ, ਤੇ ਉਹਦੇ ਨਾਲ ਉਹਨਾਂ ਨੇ ਜਦੋਂ ਇਹ ਆਏ ਆ, ਇਹਨਾਂ ਨੇ ਕਾਫੀ ਕੰਮ ਕਰਕੇ ਦਿਖਾਇਆ, ਔਰ ਸਾਡੇ ਗਰੀਬ ਲੋਕਾਂ ਵਾਸਤੇ 5-5 ਮਰਲੇ ਦਾ ਵੀ ਅਨਾਉਂਸ ਕੀਤਾ, ਪੈਨਸ਼ਨਾਂ ਵੀ ਵਧਾਈਆਂ, ਬਿਜਲੀ ਵੀ ਮਾਫ ਕੀਤੇ, ਇੱਦਾਂ ਬਹੁਤ ਸਾਰੇ ਕੰਮ ਕੀਤੇ। ਇਸ ਕਰਕੇ ਆਪਣੀ ਸਰਕਾਰ ਹੋਵੇ ਤਾਂ ਕਰਦੀ ਆ ਜੀ। ਅਸੀਂ ਉਮੀਦ ਕਰਦੇ ਹਾਂ ਵੀ ਗਾਂਹ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਆ ਉਹ 'ਚ ਸਾਡੇ ਬੰਦੇ ਹੋਣ, ਤੇ ਉਹਦੇ ਵਿੱਚ ਸਾਡੇ ਲੋਕਾਂ ਬਾਰੇ ਵੀ ਸੋਚਿਆ ਜਾਵੇ, ਕਿਉਂਕਿ 70 ਸਾਲ ਹੋ ਗਏ ਆ, ਜਿਹੜੀਆਂ ਦੂਜੀਆਂ ਸਰਕਾਰਾਂ ਸੀ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਕੀਤਾ, ਇਹ ਨਹੀਂ ਵੀ ਅਸੀਂ ਕਹਿੰਦੇ ਵੀ ਨਹੀਂ ਕੀਤਾ, ਥੈਂਕਸਲੈਸ ਨਹੀਂ ਅਸੀਂ ਹੈਗੇ, ਲੇਕਿਨ ਜਿੰਨਾ ਕੀਤਾ ਉਹ ਬਹੁਤ ਘੱਟ ਕੀਤਾ। ਸਾਡੇ ਸਮਾਜ ਦੇ ਮੁਤਾਬਕ ਉਹ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ, ਗਰੀਬੀ ਜ਼ਿਆਦਾ ਆ ਲੋਕਾਂ ਦੇ ਵਿੱਚ, ਜਿੱਦਾਂ ਨਸ਼ੇ ਦੇ ਨਾਲ ਮਰ ਗਏ ਲੋਕੀ, ਬੱਚੇ ਬਹੁਤ ਸਾਰੇ ਬਹੁਤ ਬੇਰੁਜ਼ਗਾਰ ਹੋ ਗਏ ਆ, ਤੇ ਹੁਣ ਲੋਕੀ ਜਿਹੜੇ ਪੜ੍ਹੇ ਲਿਖੇ ਸੀ ਉਹ ਬਾਹਰ ਵਿਦੇਸ਼ਾਂ ਨੂੰ ਚਲੇ ਗਏ ਆ। ਇਹ ਚੀਜ਼ਾਂ ਜਿਹੜੀਆਂ ਇਹਦੇ ਨਾਲ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਆ। ਅਸੀਂ ਚਾਹੁੰਦੇ ਹਾਂ ਇਹ ਪੰਜਾਬ ਦੀ ਨੁਕਸਾਨ ਦੀ ਪੂਰਤੀ ਹੋਵੇ, ਇੱਥੇ ਐਜੂਕੇਸ਼ਨ ਦਾ ਬੁਨਿਆਦ ਵਧੇ, ਹਸਪੀਟਲ ਵੀ ਬਣਨ, ਸਕੂਲ ਵੀ ਬਣਨ, ਯੂਨੀਵਰਸਿਟੀਆਂ ਬਣਨ, ਉਸੇ ਲੈਵਲ ਦੀਆਂ, ਵਰਲਡ ਲੈਵਲ ਦੀਆਂ ਬਣਨ, ਤਾਂ ਕਿ ਬੱਚੇ ਬਾਹਰ ਨਾ ਜਾਣ। ਸਾਨੂੰ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਘਰ ਵੀ ਮਿਲਣ, ਤੇ ਬਰਾਬਰਤਾ ਦਾ ਜੇ ਕਹਿੰਦੇ ਆ ਜੋ ਹਾਂ ਗੁਰੂਆਂ ਨੇ ਦਿੱਤਾ ਸੰਦੇਸ਼, ਤੇ ਮਾਨਵਤਾ ਸੇਵਾ ਜਿੱਦਾਂ ਵੀ ਹੈ, ਤੇ ਸਰਬੱਤ ਦਾ ਭਲਾ, ਉਹਦੇ ਮੁਤਾਬਕ ਸਾਨੂੰ ਵੀ ਜ਼ਮੀਨਾਂ ਮਿਲਣੀਆਂ ਚਾਹੀਦੀਆਂ ਆ, ਠੀਕ ਨੇ ਜੀ। ਅਸੀਂ ਕਿ ਹਾਂ, ਤੇ ਇਸ ਕਰਕੇ ਚਾਹੁੰਦੇ ਅਸੀਂ ਵੀ ਪੰਜਾਬ ਹਸਮੁਖ ਖੁੱਲਦਾ, ਮਤਲਬ ਖਿਲਿਆ ਰਵੇ, ਇਹਦੀ ਦੇਸ਼ ਸਾਰਾ ਇੰਡੀਆ ਪ੍ਰੋਗਰੈਸ ਕਰੇ। ਜਦੋਂ ਤਰੱਕੀ ਤਦ ਹੀ ਕਰਨੀ ਆ ਜੇ ਅਸੀਂ, ਸਾਡੇ ਗਰੀਬ ਜਿਹੜੀ ਜਨਤਾ ਹੈ, ਗਰੀਬੀ ਦੂਰ ਹੋਊਗੀ, ਪੜ੍ਹ ਲਿਖ ਜਾਣਗੇ, ਤੇ ਦੇਸ਼ ਆਪਣੇ ਆਪ ਤਰੱਕੀ ਕਰੂਗਾ ਜੀ। ਪੈਟੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਅਹਿਮ ਸਾਡੇ ਸਰੋਤਿਆਂ ਨੂੰ ਜਾਣਕਾਰੀਆਂ ਦਿੱਤੀਆਂ। ਧੰਨਵਾਦ ਜੀ। ਮੈਂ ਬਿਲਗਾ TV ਦਾ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੇ ਮੈਨੂੰ ਤੁਸੀਂ ਸੁਣਿਆ, ਤੇ ਮੈਂ ਸਾਰੇ ਸਰੋਤਿਆਂ ਦਾ ਵੀ, ਮਤਲਬ ਰਵਿਦਾਸੀਆ ਕੌਮ ਦੇ ਜਿਹੜੇ ਵੀ ਸੁਣ ਰਹੇ ਉਹਨਾਂ ਨੂੰ ਵੀ ਜੈ ਗੁਰਦੇਵ, ਧੰਨ ਗੁਰਦੇਵ। ਔਰ ਮੈਂ ਇਹੀ ਮੈਸੇਜ ਦਊਂਗਾ
ਵੀ ਗੁਰਪੁਰਬ ਤੇ ਹੁਮ ਕੇ ਪਹੁੰਚੋ ਜੀ। ਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਫਿਲਾਸਫੀ ਆ, ਟੀਚਿੰਗ ਆ, ਇਹ ਵਰਲਡ ਦੇ ਵਿੱਚ ਘਰ ਘਰ ਪਹੁੰਚਣੀ ਚਾਹੀਦੀ ਆ। ਸ਼ਾਂਤੀ ਦਾ ਸੰਦੇਸ਼, ਬੇਗਮਪੁਰੇ ਦਾ ਸੰਦੇਸ਼, ਜਿਹੜਾ ਉਹਨੇ ਸਾਡਾ ਰਾਜ ਪਾਠ ਦਾ ਸੰਦੇਸ਼ ਹੈਗਾ ਆ, ਕਿਉਂਕਿ ਸੱਤਾ ਤੋਂ ਬਿਨਾਂ ਵੀ ਕੁਛ ਨਹੀਂ ਹੈਗਾ ਜੀ, ਵਿੱਦਿਆ ਤੋਂ ਬਿਨਾਂ ਵੀ ਕੁਛ ਨਹੀਂ। ਇਹ ਮਹਾਰਾਜ ਜੀ ਨੇ ਸਾਨੂੰ ਇਹ ਜਿਹੜੇ ਸੰਦੇਸ਼ ਦਿੱਤੇ ਆ, ਇਹ ਘਰ ਘਰ ਤੱਕ ਪਹੁੰਚਾਉਣੇ ਚਾਹੀਦੇ ਆ, ਹਰ ਬੱਚੇ ਤੱਕ ਪਹੁੰਚਣਾ ਚਾਹੀਦਾ, ਤਾਂ ਕਿ ਸਾਡੇ ਬੱਚੇ ਪੜ੍ਹਨ ਔਰ ਪੜ੍ਹ ਕੇ ਆ ਕੇ ਸਾਡੇ ਤਰੱਕੀ ਕਰਨ ਔਰ ਰਾਜ ਪਾਠ 'ਚ ਭਾਗੀਦਾਰ ਹੋਣ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਮੈਂ ਨਿਰੰਜਨ ਦਾਸ ਚੀਮਾ ਜੀ ਪਬਲਿਕ ਸੈਕਟਰੀ ਸ਼੍ਰੀ ਗੁਰਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਬਨਾਰਸ ਯੂਪੀ। ਜੀ ਅਸੀਂ ਦੇਖਿਆ ਕਿ ਤੁਹਾਡੇ ਕੋਲ ਡੇਰੇ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ, ਇਹ ਕਿੱਦਾਂ ਪ੍ਰਬੰਧ ਜਿਹੜਾ ਸਾਰਾ ਨੇਪਰੇ ਚਾੜ੍ਹਦੇ ਹੋ, ਸਾਡੇ ਸਰੋਤਿਆਂ ਨੂੰ ਦੱਸਿਓ। ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ, ਤੇ ਨਾਲ ਹੀ ਬਿਲਗਾ ਨਿਊਜ਼ ਦਾ ਆਪ ਜੀ ਦਾ ਤੇ ਆਪ ਜੀ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਸੀਂ ਡੇਰਾ ਸ਼੍ਰੀ ਸੰਤ ਸਰਵਨਦਾਸ ਜੀ ਸੱਚਖੰਡ ਬੱਲਾ ਵਿਖੇ ਆ ਕੇ ਸਾਡੀ ਇੰਟਰਵਿਊ ਲੈ ਰਹੇ ਹੋ ਔਰ ਸਾਡਾ ਜਿਹੜਾ ਸੁਨੇਹਾ ਹੈ ਇਹ ਜਨ ਜਨ ਤੱਕ ਪਹੁੰਚਾ ਰਹੇ। ਇਸ ਲਈ ਤੁਹਾਡਾ ਇੱਥੇ ਆਉਣ 'ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਜਿਹੜੀਆਂ ਸੇਵਾਵਾਂ ਇਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹੋਈਆਂ ਨੇ, ਕਿਉਂਕਿ ਅਸੀਂ ਬਹੁਤ ਦੇਰ ਤੋਂ ਇਸ ਡੇਰੇ ਦੇ ਨਾਲ ਜੁੜੇ ਹੋਏ ਹਾਂ, ਤੇ ਇਸ ਕਰਕੇ ਕੁਝ ਵਿਸ਼ਵਾਸ ਹੁੰਦਾ ਆ, ਮਹਾਂਪੁਰਸ਼ਾਂ ਦਾ ਵਿਸ਼ਵਾਸ ਹੁੰਦਾ, ਜਿਹਦੇ ਤੇ ਵਿਸ਼ਵਾਸ ਹੁੰਦਾ ਆ ਉਹਨੂੰ ਹੀ ਮਹਾਰਾਜ ਜੀ ਇਹ ਸੇਵਾਵਾਂ ਜਿਹੜੀਆਂ ਬਖਸ਼ਿਸ਼ ਕਰਦੇ ਨੇ। ਔਰ ਅਸੀਂ ਵੀ ਇਹੀ ਸੋਚੀਦਾ ਹੈ ਕਿ ਅਸੀਂ ਵੀ ਮਹਾਰਾਜ ਜੀ ਦੇ ਜਿਹੜੇ ਉਹਨਾਂ ਦੇ ਬਚਨ ਆ ਉਹਨਾਂ ਦੇ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰੀਏ। ਤੇ ਮੈਨੂੰ ਮਹਾਰਾਜ ਜੀ ਨੇ ਜਿਹੜੀ ਆ ਹੈੱਡ ਸੇਵਾਦਾਰ ਡੇਰਾ ਸੱਚਖੰਡ ਬੱਲਾ ਦਾ ਮੁੱਖ ਸੇਵਾਦਾਰ ਆ ਦੀ ਡਿਊਟੀ ਵੀ ਮੈਨੂੰ ਦਿੱਤੀ ਹੋਈ ਆ, ਜਿਹਦੇ ਵਿੱਚ ਸਾਰੇ ਸੇਵਾਦਾਰ ਦਾ ਮੈਂ ਇੰਚਾਰਜ ਆ। ਜਿੱਦਾਂ ਵੀ ਮੇਰੀਆਂ ਡਿਊਟੀਆਂ ਹੈਗੀਆਂ, ਸਾਡੇ ਕੋਲ ਤਕਰੀਬਨ 6-7 ਹਜ਼ਾਰ ਸੇਵਾਦਾਰ ਨੇ। ਉਹ ਅਲੱਗ-ਅਲੱਗ ਡਿਊਟੀਆਂ, ਜਿੱਦਾਂ ਪੰਡਾਲ ਦੀਆਂ, ਟ੍ਰੈਫਿਕ ਦੀਆਂ, ਸਿਕਿਉਰਿਟੀ ਦੀਆਂ, ਜੋੜੇ, ਸਾਈਕਲ, ਸਕੂਟਰ, ਲੰਗਰ, ਤੇ ਜਿੱਦਾਂ ਦੀਆਂ ਵੀ ਡਿਊਟੀਆਂ ਸਾਡੇ ਕੋਲ ਹੈਗੀਆਂ ਸਾਰੀਆਂ ਅਸੀਂ ਡਿਵਾਈਡ ਕੀਤੀਆਂ ਹੋਈਆਂ ਔਰ ਸਾਰੇ ਸਾਡੇ ਪ੍ਰਧਾਨ ਬਣਾਏ ਹੋਏ ਆ। ਔਰ ਇੱਕ ਵਾਰੀ ਜਦੋਂ ਵੀ ਸਾਡਾ ਕੋਈ ਵੱਡਾ ਸਮਾਗਮ ਹੁੰਦਾ ਉਹਨਾਂ ਦੀ ਅਸੀਂ ਮੀਟਿੰਗ ਕਰਕੇ ਉਹਨਾਂ ਦਾ ਰਿਵਿਊ ਲੈ ਲਈਦਾ, ਉਹਨਾਂ ਦੀ ਸਲਾਹ ਲੈ ਲਈਦੀ ਆ ਵੀ ਆਹ ਪ੍ਰੋਗਰਾਮ ਇੰਨੀ ਤਰੀਕ ਨੂੰ ਆ, ਜੇ ਕੋਈ ਕਮੀ ਪੇਸ਼ੀ ਆ ਤਾਂ ਦੱਸ ਦਿਓ, ਅਸੀਂ ਉਹ ਮਹਾਰਾਜ ਜੀ ਦੇ ਨਾਲ ਬੈਠ ਕੇ ਉਹਨੂੰ ਪੂਰਾ ਕਰੀਦਾ ਆ। ਤੇ ਜੇ ਵੀ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਬਰਤਨਾਂ ਦੀ ਲੋੜ ਹੈ, ਕਿਸੇ ਵੀ ਚੀਜ਼ ਦੀ ਲੋੜ ਹੈ, ਅਸੀਂ ਉਹ ਮਹਾਰਾਜ ਜੀ ਦੇ ਕੋਲੋਂ ਲੈ ਕੇ ਉਹਨਾਂ ਤੱਕ ਪਹੁੰਚਾਉਂਦੇ ਹਾਂ, ਉਹ ਪੂਰਾ ਲੈ ਕੇ। ਔਰ ਜਦੋਂ ਇਹ ਸਮਾਗਮ ਹੁੰਦਾ, ਸਮਾਗਮ ਤੋਂ ਪਹਿਲਾਂ ਪੂਰਾ ਰਿਵਿਊ ਕਰਕੇ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਹਾਂ, ਤਾਂ ਕਿ ਉਹ ਡਿਊਟੀਆਂ ਆਪਣੀਆਂ 'ਤੇ ਪੂਰੇ ਉਤਰਦੇ ਆ। ਔਰ ਵੱਡੇ ਸਮਾਗਮ ਜਿਹੜੇ ਆ ਉਹ ਅਸੀਂ ਉਹਨਾਂ ਸੇਵਾਦਾਰਾਂ ਦੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਦੇ ਹਾਂ ਜੀ। ਅਸੀਂ ਦੇਖਿਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ ਨੇ ਚਰਨਜੀਤ ਸਿੰਘ ਚੰਨੀ ਜੀ, ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ, ਉਸ ਸਮੇਂ ਤੋਂ ਡੇਰੇ ਦੇ ਵਿੱਚ ਬਾਰ-ਬਾਰ ਜਿਹੜੀ ਪੰਜਾਬ ਸਰਕਾਰ ਜਾਂ ਦੂਸਰੀ ਵੀ ਜਿਹੜੀ ਲੀਡਰਸ਼ਿਪ ਹੈ ਉਹ ਆਉਂਦੀ ਆ। ਕਿਸ ਤਰ੍ਹਾਂ ਮੈਨੇਜ ਕਰਦੇ ਹੋ ਜਦੋਂ ਇਹ ਵੱਡੇ ਜਿਹੜੇ ਲੀਡਰ ਇੱਥੇ ਆਉਂਦੇ? ਕਿਉਂ ਜੀ, ਅਸੀਂ ਤਕਰੀਬਨ ਜਿਹੜਾ ਸਾਡਾ ਸ਼੍ਰੀ ਗੁਰਦਾਸ ਜਨਮ ਸਥਾਨ ਮੰਦਿਰ ਸ਼ੀਰ ਗਵਰਧਨਪੁਰ ਵਿਖੇ ਹੈ, ਉਹ ਬਹੁਤ ਵੱਡਾ ਸਮਾਗਮ ਹੁੰਦਾ ਆ। ਹਰ ਸਾਲ ਹੀ ਅਸੀਂ ਉੱਥੇ ਲੱਖਾਂ ਹੀ ਸੰਗਤਾਂ ਨੂੰ ਸੰਭਾਲਦੇ ਹਾਂ। ਉੱਥੇ ਬਹੁਤ ਲੀਡਰ ਆਉਂਦੇ ਹਰ ਸਾਲ ਹੀ। VIPs ਪਿਛਲੀ ਵਾਰ ਜਿੱਦਾਂ 4-5 VIPs ਵਗੈਰਾ ਆਏ ਸੀ, ਅਸੀਂ ਉਹਨੂੰ ਸਾਰੇ ਸਾਡੇ ਜਿਹੜੇ ਟਰਸਟ ਮੈਂਬਰ ਹੈ ਬੜੇ ਸੂਝਵਾਨ ਨੇ, ਬਹੁਤ ਪੜ੍ਹੇ ਲਿਖੇ ਨੇ। ਸਾਡੇ ਨਾਲ ਦੇ ਜਿਹੜੇ ਸੇਵਾਦਾਰ ਹੈਗੇ ਨੇ ਉਹ ਬੜੇ ਸੂਝਵਾਨ ਨੇ। ਉਹ ਜਦੋਂ ਵੀ ਸਾਡੇ ਡੇਰੇ ਦੇ ਵਿੱਚ ਵੀ ਇੱਥੇ ਡੇਰੇ ਦੇ ਵਿੱਚ ਵੀ ਕੋਈ ਆਉਂਦਾ ਹੈ, ਜਿੱਦਾਂ ਪਹਿਲਾਂ ਸਿੱਧੂ ਜੀ ਆਏ ਸੀ, ਉਹਨਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਜੀ ਆਏ ਸੀ, ਉਹਨਾਂ ਦੀ ਪੂਰੀ ਟੀਮ ਆਈ ਸੀ। ਔਰ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਆਪਣਾ ਇੱਕ ਦੂਤ ਭੇਜਿਆ ਸੀ, ਸੁਖਵਿੰਦਰ ਸਿੰਘ ਡੈਨੀ ਜੀ, ਔਰ ਉਹ ਮਹਾਰਾਜ ਜੀ ਪਾਸੋਂ ਆਗਿਆ ਲੈ ਕੇ ਗਏ ਸੀ ਕਿ ਮਹਾਰਾਜ ਜੀ ਸਿੱਧੂ ਜੀ ਡੇਰੇ ਆਉਣਾ ਚਾਹੁੰਦੇ ਆ, ਕੀ ਆਪ ਜੀ ਆਗਿਆ ਦਿੰਦੇ ਹੋ? ਤਾਂ ਮਹਾਰਾਜ ਜੀ ਨੇ ਆਗਿਆ ਦਿੱਤੀ। ਤੇ ਜਦੋਂ ਆਏ ਆ ਫਿਰ ਅਸੀਂ ਬੈਠ ਕੇ ਟਰਸਟ ਨੇ ਪੂਰਾ ਪ੍ਰੋਗਰਾਮ ਲਿਖਿਆ, ਸੇਵਾਦਾਰਾਂ ਦੀ ਡਿਊਟੀਆਂ ਲਗਾਈਆਂ, ਅਸੀਂ ਉਹਨੂੰ ਮੈਨੇਜ ਕੀਤਾ ਔਰ ਆਏ ਔਰ ਉਹਨੂੰ ਪੂਰਾ ਹੈਂਡਲ ਕੀਤਾ। ਔਰ ਉਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਹੀ ਜਾ ਕੇ ਸਾਡੇ ਮਾਨਯੋਗ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਜੋ ਕਿ ਸਾਡੇ ਸ਼ਡਿਊਲਡ ਕਾਸਟ ਸੀਗੇ, ਉਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਬਣੇ ਆ। ਔਰ ਚੀਫ ਮਿਨਿਸਟਰ ਬਣ ਕੇ ਆ ਕੇ ਉਹ ਡੇਰਾ ਸ਼੍ਰੀ 108 ਸੰਤ ਸਰਵਨਦਾਸ ਸੱਚਖੰਡ ਬੱਲਾ ਵਿਖੇ ਮੱਥਾ ਟੇਕਣ ਲਈ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਪਹੁੰਚੇ ਸੀਗੇ। ਤੇ ਅਸੀਂ ਸਾਰਿਆਂ ਨੇ ਰਲ ਕੇ, ਜਿੱਦਾਂ ਵੀ ਸਾਡੀ ਟੀਮ ਹੈ, ਅਸੀਂ ਉਹਨਾਂ ਦਾ ਵੈਲਕਮ ਕੀਤਾ। ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਆਈ ਸੀਗੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕੀਤਾ। ਉਸ ਤੋਂ ਬਾਅਦ ਜਦੋਂ ਇਹ ਚੋਣਾਂ ਲਾਗੇ ਆਉਂਦੀਆਂ ਨਾ, ਇਹ ਡੇਰਾ ਇੱਕ ਹੈਗੇ ਆਸਥਾ ਦਾ ਪ੍ਰਤੀਕ ਹੈ ਜੀ। ਇਸ ਡੇਰਾ ਜਿਹੜਾ ਹੈ, ਇੱਥੇ ਨਾ ਕੋਈ ਜਾਤ ਆ ਤੇ ਨਾ ਇੱਥੇ ਦੂਜ ਹੈ। ਇਹ ਸੰਤ ਮਹਾਂਪੁਰਸ਼ ਆ, ਨਾ ਗਰੀਬ ਤੇ ਅਮੀਰ, ਇਹ ਸਾਰਿਆਂ ਦਾ ਸਾਂਝਾ ਆ। ਔਰ ਸਾਰੀਆਂ ਕਾਸਟਾਂ, ਚਾਹੇ ਜੱਟ ਆ, ਚਾਹੇ ਸ਼ਡਿਊਲ ਕਾਸਟ ਹੈ, ਚਾਹੇ ਕੋਈ ਵੀ ਜਾਤ ਹੈ, ਉਹ ਇੱਥੇ ਪਹਿਲਾਂ ਤੋਂ ਆਉਂਦੀ ਆ। ਔਰ ਆਉਂਦੀ ਆ ਸ਼ਰਧਾ ਦੇ ਨਾਲ ਆਉਂਦੀ ਆ। ਜੋ ਆਉਂਦੀ ਆ ਉਹ ਇੱਥੋਂ ਜੋ ਵੀ ਮਹਾਰਾਜ ਜੀ ਉਹਨੂੰ ਦਿੰਦੇ, ਆਸ਼ੀਰਵਾਦ ਦਿੰਦੇ, ਉਹ ਆਸ਼ੀਰਵਾਦ ਲੈ ਕੇ ਜਾਂਦੇ ਆ। ਤੇ ਉਹਦੇ ਨਾਲ ਫਿਰ ਸਾਡੇ ਮਾਨਯੋਗ ਸਤਿਕਾਰਯੋਗ ਬੀਬੀ ਹਰਸਿਮਰਤ ਕੌਰ ਬਾਦਲ ਜੀ ਵੀ ਆਏ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ, ਜਸਵੀਰ ਸਿੰਘ ਗੜੀ ਜੀ ਆਏ, ਔਰ ਉਹਨਾਂ ਦੀ ਵੀ ਪੂਰੀ ਟੀਮ ਆਈ ਆ। ਸ਼੍ਰੀਮਾਨ ਕੇਜਰੀਵਾਲ ਜੀ ਵੀ ਆਏ,
ਭਗਵੰਤ ਮਾਨ ਜੀ ਵੀ ਆਏ, ਇਸ ਕਰਕੇ ਸਾਰੀ ਲੀਡਰਸ਼ਿਪ ਜਿਹੜੀ ਆ, ਹੁਣ ਪਿੱਛੇ ਜੇ ਸ਼ਿਖਾਵਤ ਜੀ ਵੀ ਆਏ ਸੀਗੇ, ਔਰ ਇੱਥੇ ਕੋਈ ਪਾਰਟੀ ਨਹੀਂ ਹੈ ਜੀ। ਆ ਹੁਣ ਜਿੱਦਾਂ ਚੋਣਾਂ ਡਿਕਲੇਅਰ ਹੋ ਗਈਆਂ, ਸਾਰੇ ਹੀ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਆਉਂਦੇ ਆ। ਸੋ ਮਹਾਰਾਜ ਜੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਆ ਕਿ ਬਈ ਭਾਈ, ਇਹ ਮਹਾਰਾਜ ਜੀ ਨੇ ਤੁਹਾਨੂੰ ਮੌਕਾ ਦਿੱਤਾ, ਉਦਮ ਕਰੋ। ਉਦਮ ਕਰਨਾ ਤੁਹਾਡਾ ਕੰਮ ਆ। ਮਹਾਰਾਜ ਜੀ ਇਹ ਗੱਲ ਕਹਿੰਦੇ ਆਏ ਗਿਆ ਨੂੰ ਚਾਹ ਪਾਣੀ ਪਿਲਾਉਂਦੇ ਆ, ਉਹਨਾਂ ਨੂੰ ਮਾਣ ਇੱਜ਼ਤ ਕਰਦੇ। ਇਸ ਕਰਕੇ ਇਹ ਆਸਥਾ ਦਾ ਪ੍ਰਤੀਕ ਹੈ। ਇਸ ਕਰਕੇ ਸਾਰੀਆਂ ਪਾਰਟੀਆਂ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਜੀ। ਚਰਨਜੀਤ ਸਿੰਘ ਚੰਨੀ ਵੱਲੋਂ ਬੜੇ ਵੱਡੇ ਪਹਿਲੀ ਵਾਰ ਦੇਖਣ ਨੂੰ ਲੱਗਾ ਐਲਾਨ ਡੇਰੇ ਲਈ ਕੀਤੇ ਆ। ਮੇਰੇ ਨਾਲ ਬੈਠੇ ਨੇ ਨਛੱਤਰ ਕਲਸੀ ਜੀ, NRI ਦੇ ਇਹ ਪ੍ਰਧਾਨ ਨੇ ਯੂਕੇ ਤੋਂ। ਇਹਨਾਂ ਨਾਲ ਵੀ ਇੱਕ ਇਹਨਾਂ ਤੋਂ ਵਿਚਾਰ ਲੈ ਲੈਂਦੇ ਆ ਕਿ ਕਲਸੀ ਜੀ, ਜਿਸ ਤਰ੍ਹਾਂ ਨਵਜੋਤ ਸਿੱਧੂ ਵੱਲੋਂ ਪਹਿਲਾਂ ਐਲਾਨ ਕੀਤਾ ਗਿਆ ਡੇਰੇ ਲਈ ਜ਼ਮੀਨ ਦਾ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੁਣੀ 25 ਕਰੋੜ ਦਾ ਐਲਾਨ ਕਰਕੇ ਗਏ ਸੀ। ਇਹਦੇ ਬਾਰੇ ਸਾਨੂੰ ਦੱਸਿਓ ਬਈ ਇਹ ਜਿਹੜਾ ਆ ਇਹਨਾਂ ਨੂੰ ਇੰਨੀ ਮਦਦ ਕੀਤੀ ਆ, ਅਗਰ ਸਰਕਾਰ ਦੁਆਰਾ ਫਿਰ ਪੰਜਾਬ ਵਿੱਚ ਕਾਂਗਰਸ ਦੀ ਬਣ ਜਾਂਦੀ ਆ ਤਾਂ ਮੇਰੇ ਖਿਆਲ ਨਾਲ ਅਜਿਹੇ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਆ ਇਹ ਸਰਕਾਰ ਜਿਹੜੀ ਆ ਡੇਰੇ ਲਈ ਮਦਦ ਕਰਦੀ ਰਹੂਗੀ। ਕੀ ਕਹਿਣਾ ਚਾਹੁੰਦੇ ਆ? ਮੈਂ ਤੁਹਾਨੂੰ ਕਰੈਕਟ ਕਰਨ ਦਾ ਜਾਵਾਂ ਰਜਿੰਦਰ ਸਿੰਘ ਜੀ ਕਿ ਉਹਨਾਂ ਨੇ ਐਲਾਨ ਨਹੀਂ ਕੀਤਾ। ਉਹ 25 ਕਰੋੜ ਦਾ ਚੈੱਕ ਜਿਹੜਾ ਨਾ ਉਹ ਡੇਰੇ CM ਸਾਹਿਬ ਬਣ ਤੋਂ ਬਾਅਦ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀ। ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਡੈਨੀ ਜੀ ਆਏ, ਡੈਨੀ ਜੀ ਨੇ ਆਗਿਆ ਲਈ ਮਹਾਰਾਜ ਜੀ ਕੋਲੋਂ। ਉਦੋਂ ਬਾਅਦ ਫਿਰ ਸਿੱਧੂ ਸਾਹਿਬ ਤੇ ਆਪਣੇ ਚਰਨਜੀਤ ਸਿੰਘ ਚੰਨੀ, ਉਦੋਂ ਹਾਲੇ CM ਬਣੇ ਨਹੀਂ ਸੀਗੇ। ਉਹ ਪਹਿਲਾਂ ਡੇਰੇ ਅਰਦਾਸ ਕਰਨ ਆਏ ਸੀ ਕਿ ਜੇ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ ਤੇ ਅਸੀਂ 101 ਕਿੱਲਾ ਜਿਹੜਾ ਆ ਉਹ ਇਸ ਡੇਰੇ ਨੂੰ ਦੇਵਾਂਗੇ। ਉਹਨਾਂ ਨੇ ਆਪਣਾ ਜਿਹੜਾ ਪ੍ਰੋਮਿਸ ਸੀਗਾ, ਤੁਸੀਂ ਦੇਖਿਆ ਹੋਣਾ ਕਿ ਐਸਾ CM ਕੋਈ ਮੈਂ ਦੇਖਿਆ ਨਹੀਂ ਹਾਲੇ ਤੱਕ ਕਿ ਉਸ ਜਦੋਂ CM ਐਲਾਨ ਹੋਏ ਉਹ ਤੀਜੇ ਦਿਨ ਬਾਅਦ ਜਿਹੜੇ ਆ ਉਹ ਇੱਥੇ ਡੇਰੇ ਆ ਗਏ ਸਨ। ਤੇ ਉਹਨਾਂ ਨੇ ਫਿਰ ਸਾਰੇ ਡੇਰੇ ਵਾਲਿਆਂ ਨੇ ਟਰਸਟ ਦੀ ਉਹਨਾਂ ਨੇ ਗੱਲ ਸੁਣੀ। ਮੇਰੇ ਵੀਰ ਬਿਰਦੀ ਸਾਹਿਬ ਬੈਠੇ ਨੇ, ਸਤਪਾਲ ਬਿਰਦੀ ਜੀ, ਇਹਨਾਂ ਦੀ ਜ਼ਿਆਦਾ ਕਮਿਊਨੀਕੇਸ਼ਨ ਔਰ ਡੇਰੇ ਵਾਲਿਆਂ ਦੇ ਟਰਸਟ ਦੀ ਕਮਿਊਨੀਕੇਸ਼ਨ ਰਹੀ। ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਰਲ ਕੇ ਇੱਥੇ। ਫਿਰ ਉਹਨੂੰ ਇੰਪਲੀਮੈਂਟੇਸ਼ਨ ਦਿੱਤੀ, ਇਹਨਾਂ ਦੀਆਂ ਮੀਟਿੰਗਾਂ ਬੁਲਾਈਆਂ। ਮੀਟਿੰਗ ਬਣ ਤੋਂ ਬਾਅਦ ਚੰਨੀ ਸਾਹਿਬ ਜੀ ਨੇ ਦੇਰੀ ਨਹੀਂ ਲਾਈ। ਉਹਨਾਂ ਨੂੰ ਅਚਨਚੇਤ ਮੇਰਾ ਖਿਆਲ ਡੇਰੇ ਵਾਲੇ ਵੀ ਔਰ ਬਿਰਦੀ ਸਾਹਿਬ ਵੀ ਮੇਰਾ ਖਿਆਲ ਇਸ ਗੱਲ ਤੋਂ ਅਚਾਨਕ ਇਹਨਾਂ ਨੂੰ ਮੈਸੇਜ ਆ ਗਿਆ ਵੀ ਅੱਜ ਡੇਰੇ CM ਸਾਹਿਬ ਨੇ ਆਉਣਾ। ਤੇ ਉਹਨਾਂ ਨੇ ਦੱਸਿਆ ਨਹੀਂ ਸੀਗਾ ਐਕਚੁਅਲੀ ਕਿਸੇ ਨੂੰ। ਫਿਰ ਕੁਝ ਬੰਦਿਆਂ ਨੂੰ ਪਤਾ ਸੀਗਾ। ਉਹ ਫਿਰ ਨਾਲ ਚੈੱਕ ਲੈ ਕੇ 25 ਕਰੋੜ ਦਾ 50 ਕਰੋੜ ਦਾ ਵਾਅਦਾ ਕੀਤਾ ਤੇ 25 ਕਰੋੜ ਉਹ ਨਾਲ ਲੈ ਕੇ ਆਏ ਸਨ। ਇਹਨਾਂ ਨੂੰ ਮਹਾਰਾਜ ਨੂੰ ਸਮਰਪਿਤ ਕਰਕੇ ਗਏ ਨੇ, ਤੁਸੀਂ ਵੀ ਦੇਖਿਆ ਹੋਣਾ। ਤੇ ਇਸ ਕਰਕੇ ਉਹਨਾਂ ਨੇ ਜੋ ਕੀਤਾ, ਜੋ ਕਿਹਾ ਉਹ ਕੀਤਾ। ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾਂ ਰੱਖਣ। ਔਰ ਸਾਡਾ ਪੂਰਾ ਸਮਾਜ ਜਿਹੜਾ ਹੈਗਾ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਦਾ। ਡੇਰੇ ਵੱਲੋਂ ਵੀ ਮੈਂ ਸ਼ਲਾਘਾ ਕਰਦਾ ਚਰਨਜੀਤ ਸਿੰਘ ਚੰਨੀ ਹੋਣਾ ਦੀ ਕਿ ਜਿਨ੍ਹਾਂ ਨੇ ਵਾਅਦੇ ਕੀਤੇ ਔਰ ਪੂਰੇ ਕੀਤੇ। ਔਰ ਪ੍ਰਮਾਤਮਾ ਫਿਰ ਉਹਨਾਂ 'ਤੇ ਬਖਸ਼ਿਸ਼ ਕਰੇ ਔਰ ਫਿਰ ਉਹ ਆਪਣੇ ਜਿਹੜੇ ਪੂਰੇ ਪੰਜਾਬ ਨੂੰ ਤੇ ਪੂਰੇ ਦੇਸ਼ ਨੂੰ ਜਿਹੜਾ ਉਹ ਉੱਚ ਕੋਟੀ 'ਤੇ ਲੈ ਕੇ ਜਾਣ। ਔਰ ਜਿੱਦਾਂ ਤੁਸੀਂ ਪਹਿਲਾਂ ਹੈਲਥ ਸਿਸਟਮ, ਐਜੂਕੇਸ਼ਨ ਸਿਸਟਮ ਨੂੰ ਉਹ ਠੀਕ ਕਰਨਗੇ। ਸਾਨੂੰ ਆਸ ਹੈ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ 'ਤੇ ਕਿਰਪਾ ਕਰੇਗਾ। ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਵੀ ਆਉਣ ਵਾਲਾ, ਉਹਨਾਂ ਦੀਆਂ ਵੀ ਖੁਸ਼ੀਆਂ ਨੇ ਤੇ ਇਹ ਖੁਸ਼ੀਆਂ ਜੇ ਨਾਲ ਫਿਰ ਹੋਰ ਜੁੜ ਜਾਣ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜੂਗੀ। ਇਹਨਾਂ ਹੀ ਵਿਚਾਰਾਂ ਦੇ ਨਾਲ ਆਪ ਜੀ ਦਾ ਧੰਨਵਾਦ ਜਿਹੜਾ ਤੁਸੀਂ ਡੇਰੇ ਵਿੱਚ ਆਪਣੀ ਟੀਮ ਲੈ ਕੇ ਆਓ। ਫਿਰ ਆਪ ਜੀ ਦਾ ਰਜਿੰਦਰ ਜੀ ਬਿਲਗਾ ਨਿਊਜ਼ ਦਾ ਔਰ ਤੁਹਾਡਾ ਸਮਾਂ ਕੱਢਣ 'ਤੇ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਨਛੱਤਰ ਕਲਸੀ ਜੀ ਨੇ ਜ਼ਿਕਰ ਕੀਤਾ ਕਿ ਬੜਾ ਵੱਡਾ ਜਿਹੜਾ ਨਾ ਗੱਫਾ ਪੰਜਾਬ ਸਰਕਾਰ ਲੈ ਕੇ ਆਈ ਹੈ, ਇਹਦੇ ਬਾਰੇ ਦੱਸਿਓ ਕਿ ਐਡੀ ਵੱਡੀ ਅਮਾਊਂਟ ਜਿਹੜੀ ਡੇਰੇ ਨੂੰ ਸਰਕਾਰ ਨੇ ਜਿਹੜਾ ਚੈੱਕ ਭੇਂਟ ਕੀਤਾ, ਇਹ ਤੋਂ ਪਹਿਲਾਂ ਵੀ ਕਦੇ ਕਿਸੇ ਸਰਕਾਰ ਨੇ ਅਜਿਹਾ ਜਿਹੜਾ ਦਿਲ ਦਿਖਾਇਆ? ਨਹੀਂ, ਅੱਜ ਤੱਕ ਦੇਖੋ ਜੀ ਇੰਨੀ ਵੱਡੀ ਅਮਾਊਂਟ ਪੰਜਾਬ ਸਰਕਾਰ ਦੇ ਵਿੱਚੋਂ ਕਿਸੇ ਨੇ ਡੇਰੇ ਨੂੰ ਨਹੀਂ ਦਿੱਤੀ। ਬਲਕਿ ਚਰਨਜੀਤ ਸਿੰਘ ਚੰਨੀ ਜੀ ਹੁਣੀ ਵੀ ਇਹ ਡੇਰੇ ਨੂੰ ਨਹੀਂ ਦਿੱਤੀ ਕਿਉਂਕਿ ਇਹ ਸ਼੍ਰੀ ਗੁਰਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਤੇ ਇੱਕ ਰਿਸਰਚ ਸੈਂਟਰ ਬਣ ਰਿਹਾ ਜਿਹੜਾ ਕਿ ਕਾਮਨ ਹੈ, ਸਾਰੀ ਕਮਿਊਨਿਟੀ ਦਾ ਸਾਂਝਾ ਆ। ਇਹ ਡੇਰੇ ਦਾ ਨਹੀਂ ਹੈਗਾ। ਇਹਦੇ ਵਿੱਚ ਜਿਹੜੇ ਆ ਸਰਕਾਰੀ ਅਹੁਦੇ ਉਹਦੇ ਜਿਹੜੇ ਮੈਂਬਰ ਨੇ, ਇਹਦਾ ਇੱਕ ਟਰਸਟ ਬਣਾ ਦਿੱਤਾ ਗਿਆ ਜਿਹਦੇ ਵਿੱਚੋਂ 5 ਮੈਂਬਰ ਮਹਾਰਾਜ ਜੀ ਉਹਦੇ ਚੇਅਰਮੈਨ ਹੋਣਗੇ ਤੇ ਟਰਸਟ ਦੇ 5 ਮੈਂਬਰ ਲਏ ਨੇ ਤੇ ਨਾਲ ਹੀ ਉਹਦੇ ਵਿੱਚ ਸਰਕਾਰੀ ਮੈਂਬਰ ਜਿਹੜੇ ਉਹਨਾਂ ਰਿਲੇਟਿਵ ਆ ਉਹਨਾਂ ਦੀਆਂ ਡਿਊਟੀਆਂ ਲਾ ਕੇ ਉਹਨਾਂ ਨੂੰ ਉਹਦੇ ਵਿੱਚ ਨੋਮੀਨੇਟ ਕੀਤਾ ਕਿਉਂਕਿ ਇਹ ਜਿਹੜਾ ਇੱਕ ਸਾਂਝਾ ਪਲੇਟਫਾਰਮ ਬਣਨਾ ਉਹਦੇ ਵਾਸਤੇ ਉਹਨਾਂ ਨੇ ਅਨਾਉਂਸ ਕੀਤਾ। ਔਰ ਬਹੁਤ ਵੱਡੇ ਏਰੀਏ ਦੇ ਵਿੱਚ ਇਹ ਬਣਨਾ ਆ, 100 ਏਕੜ ਦੇ ਵਿੱਚ ਬਣਨਾ, ਕੋਈ ਬੜੀ ਛੋਟੀ ਜੀ ਗੱਲ ਨਹੀਂ ਹੈਗੀ। ਤੇ ਬਾਕੀ ਤਾਂ ਲੀਡਰ ਇੱਥੇ ਬਹੁਤ ਆਏ ਆ ਤੇ ਬਹੁਤ ਹੀ ਗਾਏ ਆ, ਕਿਸੇ ਨੇ ਇੰਨੇ ਪੈਸੇ ਦਿੱਤੇ ਹੀ ਨਹੀਂ। ਕਿਸੇ ਨੇ ਇੱਥੇ ਤੱਕ ਵੀ ਇੱਕ
ਸਾਡੇ ਆਏ ਸੀ ਸ਼ਾਮ ਸੁੰਦਰ ਅਰੋੜਾ ਜੀ, ਉਹਨੇ 10 ਲੱਖ ਰੁਪਏ ਦੀਆਂ ਲਾਈਟਾਂ ਸੋਲਰ ਲਵਾਈਆਂ ਸੀ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ, ਉਹਨਾਂ ਨੇ 5 ਕਰੋੜ ਰੁਪਈਆ ਡੇਰੇ ਨੂੰ ਅਨਾਉਂਸ ਕੀਤਾ ਸੀ। ਜਿੰਨੀਆਂ ਡੇਰੇ ਦੇ ਆਲੇ ਦੁਆਲੇ ਸੜਕਾਂ ਆ ਡੇਰੇ ਨੂੰ ਟੱਚ ਕਰਦੀਆਂ ਸਾਰੀਆਂ ਚੌੜੀਆਂ ਹੋ ਰਹੀਆਂ, ਔਰ ਨਾਲ ਸੋਲਰ ਲਾਈਟਾਂ ਸੀਗੀਆਂ ਜਿਹੜੀਆਂ ਸਾਰੀਆਂ ਉਹ ਲੱਗੀਆਂ ਹੈਗੀਆਂ, ਨਾਲ ਬਾਕੀ ਬੂਟੇ ਕਾਫੀ ਲੱਗੇ ਹੈਗੇ ਆ ਗ੍ਰੀਨਰੀ ਬਾਰੇ। ਇੱਕ ਸੀਵਰੇਜ ਟਰੀਟਮੈਂਟ ਪਲਾਂਟ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਉਹਦਾ ਕੰਮ ਚੱਲਦਾ ਹੈ, ਉਹ ਵੀ ਲੱਗਣ ਲੱਗਿਆ। ਇੱਕ ਇਹਦਾ ਵਾਟਰ ਟੈਂਕ ਬਣ ਰਿਹਾ, ਟੈਂਕੀ ਬਣ ਰਹੀ ਆ, ਇੱਕ ਬੱਸ ਅੱਡਾ ਬਣ ਰਿਹਾ। ਇਹ ਸਾਡੀਆਂ ਡਿਮਾਂਡਸ ਸੀਗੀਆਂ, ਇਹ ਅਸੀਂ ਲਿਖ ਕੇ ਦਿੱਤੀਆਂ ਸੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ, ਔਰ ਉਹਨਾਂ ਨੇ ਇਮੀਡੀਏਟਲੀ ਇਹ ਜਿਹੜਾ 5 ਕਰੋੜ ਸੀਗਾ ਸੈਂਕਸ਼ਨ ਕਰਕੇ ਇਹ ਡੇਰੇ ਦੇ ਖਾਤੇ ਦੇ ਵਿੱਚ ਪਾ ਦਿੱਤਾ। ਉਹ ਡੇਰੇ ਦੇ ਵਿੱਚ ਜਿਹੜਾ ਪੈਸਾ 5 ਕਰੋੜ ਲੱਗਿਆ ਉਹ ਲੱਗ ਰਿਹਾ ਆ, ਅਤੇ ਇਹ ਤੋਂ ਪਹਿਲਾਂ ਵੀ ਐਡੀ ਵੱਡੀ ਅਮਾਊਂਟ ਕਦੀ ਕਿਸੇ ਨੇ ਦਿੱਤੀ ਨਹੀਂ ਹੈ। ਨਾਲ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਕਿ ਬਨਾਰਸ ਦੇ ਵਿੱਚ ਸ਼੍ਰੀ ਗੁਰਦਾਸ ਜਨਮ ਸਥਾਨ ਮੰਦਿਰ ਦੇ ਵਿਖੇ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀ, ਅਸੀਂ ਉਹਨਾਂ ਦੇ ਕੋਲ, ਜਿੱਦਾਂ ਵਿਰਦੀ ਸਾਹਿਬ ਜੀ ਨੇ ਸਾਨੂੰ ਪਹਿਲਾਂ ਦੱਸਿਆ ਕਿ ਅਸੀਂ ਸਰਕਾਰ ਕੋਲ ਡਿਮਾਂਡ ਕੀਤੀ ਸੀ ਵੀ ਬਾਕੀ ਵੀ ਗੁਰਦੁਆਰਿਆਂ ਦੇ ਵੱਡੇ ਵੱਡੇ ਫੰਕਸ਼ਨ ਹੁੰਦੇ ਆ, ਤੁਸੀਂ ਉਹਨਾਂ ਨੂੰ 500 ਕਰੋੜ ਦਾ ਪੈਕੇਜ, 300 ਕਰੋੜ ਦਾ ਪੈਕੇਜ ਦਿੰਦੇ ਆ, ਪਰ ਇਸ ਮੰਦਿਰ ਵਾਸਤੇ ਵੀ ਤੁਸੀਂ ਕੋਈ ਪੈਕੇਜ ਦਿਓ। ਉਹਨਾਂ ਨੇ ਇੱਕ ਬਹੁਤ ਵੱਡੀ ਸਕੀਮ ਜਿਹੜੀ ਆ 114 ਏਕੜ ਦੀ ਉਹਨਾਂ ਨੇ ਅਨਾਉਂਸ ਕੀਤੀ ਹੋਈ ਆ, ਜਿਹਦੇ ਵਿੱਚ ਉਹਦੇ 4 ਫੇਸ ਬਣਾਏ ਆ। 4 ਫੇਸ ਦੇ ਵਿੱਚੋਂ ਇੱਕ ਫੇਸ ਦਾ ਕੰਮ ਚੱਲ ਰਿਹਾ ਹੈ। ਉਹਦੇ ਵਿੱਚੋਂ ਇੱਕ ਉਹਨਾਂ ਨੇ ਸਤਸੰਗ ਹਾਲ ਬਣਾਇਆ, ਜਿਹੜਾ ਕਿ 23 ਦਸੰਬਰ ਨੂੰ ਉਹਦਾ ਉਦਘਾਟਨ ਹੋ ਚੁੱਕਿਆ, ਉਹ ਪੂਰਾ ਹੋ ਚੁੱਕਿਆ। ਥੋੜ੍ਹਾ ਬਹੁਤਾ ਕੰਮ ਰਹਿੰਦਾ ਹੈ, ਉਹ ਗੁਰਪੁਰਬ ਤੋਂ ਪਹਿਲਾਂ ਹੋ ਜਾਊਗਾ, ਜਿਹਦੇ ਉੱਤੇ ਕਾਫੀ ਪੈਸੇ ਲੱਗ ਚੁੱਕੇ ਆ। ਉਹਦੇ ਨਾਲ ਇੱਕ ਸਾਹਮਣੇ ਹੀ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਨਾਂ 'ਤੇ ਇੱਕ ਪਾਰਕ ਬਣ ਰਿਹਾ ਪੌਣੇ 4 ਏਕੜ ਦੇ ਵਿੱਚ, ਜਿਹਦੇ ਵਿੱਚ 25 ਫੁੱਟ ਦੀ ਸ਼੍ਰੀ ਗੁਰਦਾਸ ਮਹਾਰਾਜ ਦਾ ਤਾਂਬੇ ਦੀ ਮੂਰਤੀ ਲੱਗ ਰਹੀ ਆ, ਔਰ ਉਹ ਅੰਡਰ ਪ੍ਰੋਸੈਸ ਹੈ। ਥੋੜ੍ਹੀ ਜ਼ਮੀਨ ਹੈ ਜੇ ਰਿਕੁਆਇਰ ਕਰਨ ਵਾਲੀ ਰਹਿੰਦੀ ਆ, ਉਹ ਸਰਕਾਰ ਕਰ ਰਹੀ ਆ। ਔਰ ਉਹਦੇ ਨਾਲ ਇੱਕ ਉੱਥੋਂ ਇੱਕ ਰੋਡ ਕੱਢਿਆ ਨੈਸ਼ਨਲ ਹਾਈਵੇ ਨੂੰ, 40 ਫੁੱਟ ਡਿਵਾਈਡ, ਔਰ ਉਹ ਮਿੱਟੀ ਮੁੱਟੀ ਉਹਦੇ 'ਤੇ ਪੈ ਗਈ ਆ। ਜੇ ਉਹਦਾ ਕੰਮ ਥੋੜ੍ਹਾ ਜਿਹਾ ਰੁਕਿਆ ਹੋਇਆ ਕਰੋਨਾ ਕਰਕੇ, ਥੋੜ੍ਹਾ ਕੰਮ ਲੇਟ ਹੋ ਗਿਆ। ਇੱਕ ਮੰਦਿਰ ਦੇ ਮੂਹਰੇ ਜਿਹੜੀ ਆ ਉਹ 60 ਫੁੱਟ ਚੌੜੀ ਸੜਕ ਬਣ ਰਹੀ ਆ, ਇੱਕ ਟਰੋਮਾ ਸੈਂਟਰ ਤੋਂ ਨਾਲ। ਇਹ ਜਿਹੜਾ 50 ਕਰੋੜ ਦਾ ਪ੍ਰੋਜੈਕਟ ਜਿਹੜਾ ਉੱਥੇ ਅਨਾਉਂਸ ਕੀਤਾ ਸੀ, ਉਹਦਾ ਕੰਮ ਵੀ ਚੱਲ ਰਿਹਾ ਹੈ। ਕਿਉਂਕਿ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਪਾਰਟੀਆਂ, ਚਾਹੇ ਬੀਜੇਪੀ ਆ ਚਾਹੇ ਕਾਂਗਰਸ ਆ, ਕੋਈ ਵੀ ਆ, ਉਹ ਇਸ ਕਰਕੇ ਇੱਥੇ ਦਿੰਦੀ ਆ। ਇਹ ਇੱਕ ਡੇਰਾ ਨਹੀਂ, ਇਹ ਹੱਬ ਬਣ ਚੁੱਕਿਆ, ਰਵਿਦਾਸੀਆ ਕੌਮ ਦਾ ਇੱਕ ਹੱਬ ਬਣ ਚੁੱਕਿਆ, ਇਹ ਰਵਿਦਾਸੀਆ ਧਰਮ ਦਾ ਹੱਬ ਬਣ ਚੁੱਕਿਆ। ਇਸ ਕਰਕੇ ਹਰ ਇੱਕ ਪਾਰਟੀ ਨੂੰ ਪਤਾ ਕਿ ਇਸ ਵੇਲੇ ਜੇ ਅਸੀਂ ਕਿਸੇ ਨੇ ਵੀ ਜਿੱਤਣਾ ਜਾਂ ਵੋਟਾਂ 'ਚ ਵੀ ਜਿੱਤਣਾ, ਤੇ ਸਾਨੂੰ ਇਹ ਰਵਿਦਾਸੀਆ ਸਮਾਜ ਨੂੰ ਨਾਲ ਲੈਣਾ ਪਊਗਾ। ਜੇ MLA ਕੋਈ ਵੀ ਜਿਹੜੀ ਇਹ ਸੀਟ ਹੈਗੀ ਆ MLA ਦੀ ਆ, ਸ਼ਡਿਊਲਡ ਕਾਸਟ ਸੀਟ ਹੈ, ਉਹ ਚਾਹੇ ਕੋਈ ਵੀ ਪਾਰਟੀ ਉੱਥੋਂ ਆਪਣਾ ਕੈਂਡੀਡੇਟ ਖੜਾ ਕਰੇ, ਪਰ ਉੱਥੋਂ ਸ਼ਡਿਊਲਡ ਕਾਸਟ ਹੀ ਖੜਾ ਹੋਊਗਾ। ਉਹ ਸ਼ਡਿਊਲਡ ਕਾਸਟ ਜਿੱਤ ਕੇ ਆਊਗਾ ਅਤੇ ਆਪਣੀ ਕੌਮ ਦਾ ਕੰਮ ਕਰੂਗਾ। ਇਸ ਲਈ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ, ਇੱਕ ਡੇਰਾ ਇੱਕ ਇਹੋ ਜਿਹਾ ਕਿ ਹਰ ਇੱਕ ਪਾਰਟੀ ਨੂੰ ਕਦੀ ਮੰਗਿਆ ਨਹੀਂ ਡੇਰੇ ਨੇ, ਇਹ ਆਪਣੇ ਆਪ ਹੀ ਅਨਾਉਂਸ ਕਰ ਜਾਂਦੀ ਹਰ ਪਾਰਟੀ। ਇਸ ਕਰਕੇ ਡੇਰਾ ਸ਼੍ਰੀ 108 ਸੰਤ ਸਰਵਣ ਜੀ ਸੱਚਖੰਡ ਵੱਲੋਂ ਹਰ ਇੱਕ ਪਾਰਟੀ ਦਾ ਸਨਮਾਨ ਕਰਦਾ। ਜਿਹਨੇ ਕੁਛ ਦਿੱਤਾ ਤਾਂ ਵੀ, ਜਿਹਨੇ ਕੁਛ ਨਹੀਂ ਦਿੱਤਾ ਉਹ ਤਾਂ ਵੀ, ਕਿਉਂਕਿ ਜਿਹੜਾ ਜੋ ਦੇ ਜਾਂਦਾ ਉਹ ਆਪਣੀ ਬੱਲੇ ਬੱਲੇ ਖੱਟ ਜਾਂਦਾ ਆ। ਸੋ ਇਹ ਇੱਕ ਮਹਾਰਾਜ ਜੀ ਦਾ ਆਸ਼ੀਰਵਾਦ ਹੈ ਜਿਹੜਾ ਖੁਸ਼ ਹੋ ਕੇ ਜਾਂਦਾ। ਜਿੱਦਾਂ ਚੰਨੀ ਜੀ ਸੀਗੇ, ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਹੋਊਗਾ ਕਿ ਮੈਂ ਚੀਫ ਮਿਨਿਸਟਰ ਬਣ ਜਾਊਂਗਾ। ਉਹ ਚੀਫ ਮਿਨਿਸਟਰ ਬਣਦੇ ਸਾਰ ਹੀ ਉਹਨੇ ਗੱਲ ਆਪੇ ਹੀ ਕਹੀ ਸੀ ਕਿ ਡੇਰਾ ਸਿੰਘ ਰਵਿਦਾਸੀਆਂ ਦਾ ਜਿਹੜਾ ਹੈ ਇਹ ਇੱਕ ਸਾਡਾ ਮੱਕਾ ਹੈ, ਇਸ ਡੇਰੇ ਨੂੰ ਜਿਹੜਾ 100 ਏਕੜ ਜ਼ਮੀਨ ਸਰਕਾਰ ਦੇਵੇ। ਔਰ ਉਹਨਾਂ ਨੇ ਗੱਲ ਕਹੀ ਸੀ ਜਦੋਂ ਉਹ ਸਰਕਾਰ ਬਣ ਗਏ ਸੇ ਉਹਨਾਂ ਨੂੰ ਪੂਰਾ ਕਰਨਾ ਪੈਣਾ ਸੀ। ਸੋ ਉਹਨਾਂ ਨੇ ਪੂਰਾ ਕੀਤਾ, ਔਰ ਉਹਨਾਂ ਨੇ 25 ਕਰੋੜ ਦੇ ਦਿੱਤਾ, ਅਤੇ 25 ਕਰੋੜ ਉਹਨਾਂ ਨੇ ਸੈਂਕਸ਼ਨ ਕਰ ਦਿੱਤਾ। 50 ਕਰੋੜ ਸੀ ਉਹ, ਬਾਕੀ ਕਹਿੰਦੇ ਜ਼ਮੀਨ ਲਓ, ਬਾਕੀ ਦੀ ਜਿਹੜੀ ਕਾਰਵਾਈ ਆ ਉਹ ਹੁੰਦੀ ਰਹੂਗੀ। ਬਾਕੀ ਹੁਣ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਗਿਆ ਇਹ ਹੁਣ ਇੱਦਾਂ ਹੀ ਚੱਲਦਾ ਰਹੂਗਾ ਜੀ। ਇਸ ਕਰਕੇ ਤੁਹਾਡਾ ਅੱਜ ਦੀ ਸਾਡੀ ਇੰਟਰਵਿਊ ਕਰਨ 'ਤੇ ਤੁਹਾਡਾ ਧੰਨਵਾਦ, ਸਾਡੇ ਨਛੱਤਰ ਕਲਸੀ ਜੀ UK ਵਾਲਿਆਂ ਦਾ, ਤੁਹਾਡਾ ਜੀ ਬਿਲਗਾ ਨਿਊਜ਼ ਚੈਨਲ ਆਪਣੀ ਪੂਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡਾ ਜਿਹੜਾ ਵੀ ਸੁਨੇਹਾ ਡੇਰਾ ਸ਼੍ਰੀ 108 ਸੰਤ ਸਰਵਣ ਜੀ ਸੱਚਖੰਡ ਬੱਲਾਂ ਤੋਂ ਨਿਕਲਦਾ ਉਹ ਸਾਡਾ ਨਹੀਂ ਹੁੰਦਾ, ਉਹ ਸਮਾਜ ਦਾ ਸੁਨੇਹਾ ਹੁੰਦਾ। ਸਾਡਾ ਜਿਹੜਾ ਵੀ ਸੁਨੇਹਾ ਉਹ ਤੁਸੀਂ ਜਨ ਤੱਕ ਪਹੁੰਚਾਉਂਦੇ ਆ, ਇਹਦੇ ਲਈ ਅਸੀਂ ਤੁਹਾਡਾ ਮੀਡੀਆ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਬਹੁਤ ਵੱਡਮੁੱਲੀ ਜਾਣਕਾਰੀ ਅੱਜ ਦਿੱਤੀ ਆ। ਕਲਸੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।